एते औगन मोतन माही, राख लेहो प्रभ शरण गही। अनक जन्म के बिछरे मेल हो, पावन पतित तो बिरद कही। उत्पत परले चोज सब तुमरे, तुम बिन दूजा अवर नहीं। मोहे अनाथ के दाते स्वामी, राख लेहो बड़ पुन अही। सगल द्वार को छाड़ के, गह्यो तुहारो द्वार। बाहें गहे की लाज अस, गोविंद दास तुहार। सज्जन सच्चा पातशाह, सिर साहांद जिस पास बैठिया सोईऐ। सबना दावे साहो, जिस पास बैठिया सोहीऐ। सबना दावे साहो, सतनाम श्री वाहेगुरु साहिब जी। तनासरी महला पंजवा। जिसका तन मन धन सब तिसका, सोई सुगड़ सुजानी। तिन ही सुनिया दुख सुख मेरा, तो बिद नीकी खटानी। जिसका तन मन धन सब तिसका, सोई सुगड़ सुजानी। तिन ही सुनिया दुख सुख मेरा, तो बिद नीकी खटानी। जीय की एक ही पहिमानी, आवर जतन कर रहे बहु तेरे। तिन तिल नहीं कीमत जानी। रहाओ अमृत नाम निर्मोलक हीरा, गुर दीनो मनतानी। डिगै न डोलै दृढ़ कर रहियो, पूरन होए तृपतानी। ओए जो बीच हम तुम कछ होते, तिन की बात बिलानी। अलंकार मिल थैली होई है, ताते कनक वखानी। प्रगट्यो जोत सहज सुख शोभा, बाजे अनहत बानी। कहो नानक नेह चल कर बाध्यो, गुर कीयो बंधानी। प्रगट्यो जोत सहज सुख शोभा, बाजे अनहत बानी। कहो नानक नेह चल कर बाध्यो, गुर कीयो बंधानी। वाहिगुरु जी का खालसा, वाहिगुरु जी की फतेह। राजान राज सतगुरु, भानान भान सतगुरु,
ਦੇਵਾਨ ਦੇਵ ਉਪਮਾ ਮਹਾਨ ਸਤਿਗੁਰੂ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਧੰਨ ਧੰਨ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ, ਧੰਨ ਧੰਨ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਸਾਹਿਬ ਜੀ ਦੇ ਅਤੇ ਧੰਨ ਧੰਨ ਮਾਤਾ ਜੀ ਮਾਤਾ ਗੁਜਰ ਕੌਰ ਜੀ ਦੇ ਪਾਵਨ ਪਵਿੱਤਰ ਅਸਥਾਨ ਵਿਖੇ ਆਪ ਸਭ ਸੰਗਤਾਂ ਸਤਿਗੁਰੂ ਦੀ ਨਿੱਘੀ ਗੋਦ ਦਾ ਆਨੰਦ ਮਾਣ ਰਹੇ ਹੋ। ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਤਰਸ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਹੀ ਸਤਿਗੁਰੂ ਦਰਸ਼ਨ ਦੇ ਕਰਕੇ ਸੰਗਤਾਂ ਨੂੰ ਨਿਹਾਲ ਕਰ ਰਹੇ ਹਨ। ਗੁਰਬਾਣੀ ਦਾ ਰਸ ਭਿੰਨਾ ਕੀਰਤਨ ਆਪ ਜੀ ਨੇ ਰਾਗੀ ਸਿੰਘਾਂ ਪਾਸੋਂ ਸਰਵਣ ਕੀਤਾ। ਉਪਰੰਤ ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਦਾ ਸਦਕਾ ਇਸ ਪਾਵਨ ਪਵਿੱਤਰ ਅਸਥਾਨ ਤੋਂ ਆਏ ਹੋਏ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਖਵਾਕ ਦੀ ਵਿਚਾਰ ਵਾਸਤੇ ਇਹ ਘੜੀਆਂ ਪ੍ਰਾਪਤ ਹੋਈਆਂ ਨੇ। ਆਓ ਇਹਨਾਂ ਘੜੀਆਂ ਨੂੰ ਸਫਲਾ ਬਣਾਈਏ। ਮੁਖਵਾਕ ਤੋਂ ਭਾਵ ਜੋ ਸਾਡੇ ਪਿਆਰੇ ਸਤਿਗੁਰੂ ਚੋਜੀ ਪਿਆਰੇ ਸਤਿਗੁਰੂ ਦੇ ਮੁਖਾਰ ਬਿੰਦ ਤੋਂ ਅੰਮ੍ਰਿਤ ਵਾਕ ਨਿਕਲਿਆ ਹੋਵੇ। ਕਿਉਂਕਿ ਸੰਸਾਰ ਤੇ ਹਰ ਇੱਕ ਬੰਦਾ ਕੋਈ ਨਾ ਕੋਈ ਵਾਕ ਆਪਣੇ ਮੂੰਹ ਦੇ ਵਿੱਚੋਂ ਆਪਣੇ ਮੁਖਾਰ ਬਿੰਦ ਤੋਂ ਜ਼ਰੂਰ ਬੋਲਦਾ, ਪਰ ਪਿਆਰ ਵਾਲਿਓ ਸੰਸਾਰ ਦੇ ਇਨਸਾਨਾਂ ਦੇ ਮੁਖਾਰ ਬਿੰਦ ਤੋਂ ਨਿਕਲਿਆ ਵਾਕ ਕਦੇ ਵੀ ਸਾਡੀ ਜ਼ਿੰਦਗੀ ਵਿੱਚ ਤਬਦੀਲੀ ਨਹੀਂ ਲਿਆ ਸਕਦਾ। ਸੰਸਾਰ ਦੇ ਇਨਸਾਨਾਂ ਦੇ ਮੁਖਾਰ ਬਿੰਦ ਤੋਂ ਨਿਕਲਿਆ ਹੋਇਆ ਵਾਕ ਕਦੇ ਕਿਸੇ ਨੂੰ ਸੁੱਖ ਨਹੀਂ ਦੇ ਸਕਦਾ, ਪਰ ਕੇਵਲ ਤੇ ਕੇਵਲ ਇਹ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਵਿੱਚ ਕਲਾ ਹੈ ਕਿ ਸਤਿਗੁਰੂ ਦੇ ਮੁਖਵਾਕ ਸਤਿਗੁਰੂ ਦੇ ਮੁਖਾਰ ਬਿੰਦ ਤੋਂ ਨਿਕਲੇ ਹੋਏ ਵਾਕ ਇਨਸਾਨ ਦੀ ਜ਼ਿੰਦਗੀ ਬਦਲ ਦੇ ਦਿੰਦੇ ਨੇ। ਜਿਨ ਮਾਨਸ ਤੇ ਦੇਵ ਤੇ ਕੀਏ ਕਰਤ ਨਾ ਲਾਗੀ ਵਾਰ। ਜਿਹੜਾ ਵੀ ਸਤਿਗੁਰੂ ਦੇ ਮੁਖਵਾਕ ਸੁਣ ਲਵੇ, ਮੁਖਵਾਕ ਦੀ ਵਿਚਾਰ ਕਰਕੇ ਆਪਣੇ ਜੀਵਨ ਵਿੱਚ ਕ੍ਰਾਂਤੀ ਲੈ ਆਵੇ, ਸੱਚ ਹੈ ਉਹਨੂੰ ਲੋਕ ਤੇ ਪਰਲੋਕ ਦਾ ਸੁੱਖ ਮਿਲ ਜਾਂਦਾ। ਸੋ ਆਓ ਬੜੇ ਹੀ ਪ੍ਰੇਮ ਸਹਿਤ ਭਾਵਨਾ ਸਹਿਤ ਆਪਾਂ ਸਤਿਗੁਰੂ ਦੀ ਹਜ਼ੂਰੀ ਵਿੱਚ ਜੁੜਨਾ ਤੇ ਇਸ ਭਾਵਨਾ ਦੇ ਨਾਲ ਜੁੜਨਾ ਕਿ ਸੱਚਮੁੱਚ ਅੱਜ ਵੀ ਧੰਨ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਇੱਥੇ ਮੌਜੂਦ ਨੇ। ਸਾਡੀ ਰਸਨਾ ਦੇ ਉੱਪਰ ਵਾਹਿਗੁਰੂ ਗੁਰਮੰਤਰ ਚੱਲੇ ਤੇ ਸਾਡੀ ਅੰਤਰ ਆਤਮਾ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸਾਹਿਬਜ਼ਾਦਿਆਂ ਦੀ ਮੌਜੂਦਗੀ ਨੂੰ ਮਹਿਸੂਸ ਕਰ ਲਵੇ, ਸੱਚਮੁੱਚ ਸਾਨੂੰ ਮਹਿਸੂਸ ਹੋਵੇ। ਸੋ ਸਭ ਤੋਂ ਪਹਿਲਾਂ ਆਓ ਬੜੇ ਪ੍ਰੇਮ ਸਹਿਤ ਰਸਨਾ ਨੂੰ ਪਵਿੱਤਰ ਕਰਨ ਵਾਸਤੇ ਉਚਾਰਨ ਕਰੀਏ ਜੀ। ਸਤਨਾਮ ਸ਼੍ਰੀ ਵਾਹਿਗੁਰੂ ਜੀ, ਸਤਨਾਮ ਸ਼੍ਰੀ ਵਾਹਿਗੁਰੂ ਜੀ। ਤਨਾਸਰੀ ਮਹੱਲਾ ਪੰਜਵਾਂ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਅੱਜ ਦੇ ਪਾਵਨ ਪਵਿੱਤਰ ਮੁਖਵਾਕ ਨੂੰ ਆਪਣੀ ਮੁਬਾਰਕ ਰਸਨਾ ਤੋਂ ਧਨਾਸਰੀ ਰਾਗ ਦੇ ਵਿੱਚ ਉਚਾਰਨ ਕਰਦੇ ਨੇ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅੰਦਰ ਬਹੁਤਾਤ ਦੇ ਵਿੱਚ ਜੋ ਬਾਣੀ ਹੈ ਉਹ ਰਾਗਮਈ ਹੈ। ਕਿਉਂਕਿ ਪਿਆਰ ਵਾਲਿਓ ਸੰਸਾਰ ਦੇ ਵਿੱਚ ਸੰਗੀਤ ਇੱਕ ਐਸੀ ਕਲਾ ਹੈ, ਸੰਗੀਤ ਦੇ ਵਿੱਚ ਇਹ ਤਾਕਤ ਹੈ ਕਿ ਜਿੱਥੇ ਇਨਸਾਨਾਂ ਨੂੰ ਮੋਹਿਤ ਕਰਦੀ ਹੈ, ਇਹ ਜਾਨਵਰਾਂ ਨੂੰ ਵੀ ਮੋਹਿਤ ਕਰਦੀ ਹੈ, ਕੁਦਰਤ ਨੂੰ ਵੀ ਮੋਹਿਤ ਕਰ ਲੈਂਦੀ ਹੈ। ਤੇ ਪੁਰਾਤਨ ਸਮੇਂ ਤੋਂ ਹੀ ਸੰਗੀਤ ਦੇ ਵਿਦਵਾਨਾਂ ਨੇ ਹਰ ਇੱਕ ਸਮੇਂ ਦੇ ਮੁਤਾਬਕ ਇੱਕ ਰਾਗ ਨੂੰ ਚੁਣਿਆ, ਰਾਗਾਂ ਦੇ ਗਾਉਣ ਦਾ ਵੱਖ-ਵੱਖ ਸਮਾਂ ਚੁਣਿਆ ਗਿਆ। ਪਰ ਹੋਇਆ ਕੀ, ਪੁਰਾਣੇ ਸਮੇਂ ਦੇ ਵਿੱਚ ਜਿਹੜੇ ਸੰਗੀਤਕਾਰ ਸਨ ਉਹ ਰਾਗਾਂ ਦੀਆਂ ਤਰਜ਼ਾਂ ਦੇ ਉੱਤੇ ਕੱਚੀਆਂ ਧੁਨਾਂ ਗਾਉਂਦੇ ਸਨ, ਭਾਵ ਸੰਸਾਰ ਦੇ ਲੋਕ ਗੀਤ ਗਾਉਂਦੇ ਸਨ। ਜਿਵੇਂ ਅੱਜ ਵੀ ਲੋਕ ਗੀਤ ਚੱਲਦੇ
ਤੇ ਮਨ ਭਟਕ ਜਾਂਦੇ ਨੇ। ਪੁਰਾਣੇ ਸਮੇਂ 'ਚ ਵੀ ਇਦਾਂ ਹੁੰਦਾ ਸੀ, ਕਿਉਂਕਿ ਇਤਿਹਾਸ ਵਿੱਚੋਂ ਆਪਾਂ ਨੂੰ ਦਰਸ਼ਨ ਹੋਣਗੇ ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਵੀ ਇੱਕ ਦਿਨ ਇੱਕ ਰੁੱਖ ਦੀ ਛਾਵੇਂ ਬੈਠੇ ਤੇ ਇੱਕ ਦਾਨਾ ਮਰਾਸੀ ਰਬਾਬੀ ਗੁਰੂ ਨਾਨਕ ਸਾਹਿਬ ਕੋਲ ਆ ਕੇ ਰਬਾਬ ਪਿਆ ਵਜਾਵੇ। ਰਬਾਬ ਬੜੀ ਸੋਹਣੀ ਵਜਾ ਰਿਹਾ, ਆਵਾਜ਼ ਬੜੀ ਮਿੱਠੀ ਹੈ, ਪਰ ਗੁਰੂ ਨਾਨਕ ਸਾਹਿਬ ਮਹਾਰਾਜ ਉਸ ਰਬਾਬੀ ਵੱਲ ਵੇਖ ਕੇ ਕਹਿਣ ਲੱਗੇ, ਸੱਜਣਾ, ਰਬਾਬ ਸੋਹਣੀ ਵਜਾਉਣਾ, ਰਾਗ ਵੀ ਸੋਹਣੇ ਕੱਢ ਲੈਣਾ, ਪਰ ਜੇ ਇਸੇ ਰਾਗ ਦੀਆਂ ਤਰਜ਼ਾਂ ਤੇ ਕਿਤੇ ਕਰਤਾਰ ਦੀ ਸਿਫਤ ਕਰੇ ਤੇ ਸੱਚ ਜਾਣੀ ਤੇਰਾ ਲੋਕ ਪਰਲੋਕ ਦੇ ਵਿੱਚ ਭਲਾ ਹੋ ਸੀ। ਤੇ ਦਾਨਾ ਮਰਦਾਨੀ ਕਹਿਣ ਲੱਗਾ, ਬਾਬਾ ਫਕੀਰਾ, ਮੈਂ ਤੇਰੇ ਵਰਗੇ ਬੜੇ ਫਕੀਰ ਵੇਖੇ, ਗੱਲਾਂ ਦੇ ਜਾਲ ਵਿੱਚ ਪਾ ਕਰਕੇ ਘਰ-ਬਾਰ ਛਡਾ ਕੇ ਮਗਰ ਲਾ ਲੈਂਦੇ ਨੇ, ਮੇਰੇ ਪਰਿਵਾਰ ਦੇ ਜੀਆਂ ਦਾ ਰਿਜ਼ਕ ਮੇਰੇ ਸਿਰ ਤੇ ਚੱਲਦਾ। ਸਤਿਗੁਰੂ ਕਹਿਣ ਲੱਗੇ, ਰਬਾਬੀਆ, ਕੀ ਇਹ ਸਾਰੀ ਦੁਨੀਆ ਦਾ ਰਿਜ਼ਕ ਤੇਰੇ ਸਿਰ ਤੇ ਚੱਲਦਾ? ਤੂੰ ਇਤਨੀ ਚਿੰਤਾ ਕਿਸ ਗੱਲ ਦੀ ਚੁੱਕੀ ਹੈ? ਤੇ ਦਾਨਾ ਮਰਦਾਨੀ ਕਹਿਣ ਲੱਗਾ ਕਿ ਬਾਬਾ, ਸਾਰੀ ਦੁਨੀਆ ਦਾ ਤਾਂ ਮੇਰੇ ਸਿਰ ਤੇ ਰਿਜ਼ਕ ਨਹੀਂ। ਸਤਿਗੁਰੂ ਕਹਿਣ ਲੱਗੇ, ਫਿਰ ਜਿਹਦੇ ਸਿਰ ਤੇ ਦੁਨੀਆ ਦਾ ਰਿਜ਼ਕ ਚੱਲਦਾ, ਤੇਰੇ ਪਰਿਵਾਰ ਦੇ ਜੀਆਂ ਨੂੰ ਵੀ ਰਿਜ਼ਕ ਉਹੀ ਬਖਸ਼ੇਗਾ। ਜੋ ਕਲਗੀਧਰ ਪਾਤਸ਼ਾਹ ਜੀ ਨੇ ਆਪਣੀ ਬਾਣੀ ਵਿੱਚ ਕਿਹਾ ਨਾ ਕਿ ਤੁਈ ਰਾਜ਼ ਰੋਜ਼ੀ ਦੇਹੋ ਦਸਤਗੀਰ, ਕਰੀ ਮੇ ਖਤਾ ਬਖਸ਼ ਦਾਨਸ ਪਜ਼ੀਰ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ, ਇਹ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ, ਤੂੰ ਹੀ ਸਾਨੂੰ ਰਾਜ ਬਖਸ਼ਣ ਵਾਲਾ, ਤੂੰ ਹੀ ਸਾਨੂੰ ਰੋਜ਼ੀ ਦੇਣ ਵਾਲਾ, ਰਿਜ਼ਕ ਦੇਣ ਵਾਲਾ। ਤੇ ਕਲਗੀਧਰ ਪਾਤਸ਼ਾਹ ਕਹਿੰਦੇ, ਤੂੰ ਐਸਾ ਦਿਆਲੂ ਕਿਰਪਾਲੂ ਹੈ, ਜਿੱਥੇ ਤੂੰ ਸਾਨੂੰ ਰਿਜ਼ਕ ਦੇਣਾ, ਰੋਜ਼ੀ ਦੇਣਾ, ਪਾਤਸ਼ਾਹ ਤੂੰ ਸਾਡੇ ਕੀਤੇ ਹੋਏ ਗੁਨਾਹਾਂ ਨੂੰ ਵੀ ਮੁਆਫ ਕਰ ਦੇਣਾ। ਤੇ ਫਿਰ ਕੇਵਲ ਮੁਆਫ ਨਹੀਂ ਕਰਦਾ, ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਆਪਣੀ ਸ਼ਰਨ ਆਏ ਹੋਏ ਦੀਨ ਦੀ ਲਾਜ ਰੱਖਦਾ, ਉਹਦੀ ਬਾਂਹ ਪਕੜ ਕੇ ਉਹਨੂੰ ਭਵ ਸਾਗਰ ਤਰਾ ਦਿੰਦਾ। ਏਤੇ ਔਗਨ ਮੋਤਨ ਮਾਹੀ, ਰਾਖ ਲਿਹੋ ਪ੍ਰਭ ਸਰਨ ਗਹੀ, ਅਨਕ ਜਨਮ ਕੇ ਵਿਛਰੇ ਮੇਲੋ, ਪਾਵਨ ਪਤਿਤ ਤੋਂ ਬਿਰਦ ਕਹੀ। ਸੋ ਸਤਿਗੁਰੂ ਸੱਚੇ ਪਾਤਸ਼ਾਹ ਨੇ ਰਾਗ ਦੀਆਂ ਤਰਜ਼ਾਂ ਤੇ ਕਰਤਾਰ ਦੀ ਸਿਫਤ ਲਿਖੀ। ਤੇ ਅੱਜ ਵੀ ਜਦੋਂ ਕੀਰਤਨ ਹੁੰਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੀ ਸਤਿਗੁਰੂ ਦੀ ਕਿਰਪਾ ਦੇ ਨਾਲ ਸਾਰਾ ਦਿਨ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਹੁੰਦਾ। ਤੇ ਆਪਾਂ ਵੇਖਾਂਗੇ ਜਿੱਥੇ ਸਿੱਖ ਉਸ ਕੀਰਤਨ ਦਾ ਆਨੰਦ ਲੈਂਦੇ, ਉੱਥੇ ਇਸਲਾਮ ਮਤ ਦੇ ਪੈਰੋਕਾਰ ਵੀ ਆਨੰਦ ਲੈਂਦੇ। ਉੱਥੇ ਫਿਰੰਗੀ ਲੋਕ ਜਿਨ੍ਹਾਂ ਨੂੰ ਪੰਜਾਬੀ ਭਾਸ਼ਾ ਨਾ ਸਮਝ ਆਉਂਦੀ ਹੈ, ਨਾ ਬੋਲ ਸਕਦੇ ਨੇ, ਉਹ ਵੀ ਬਾਬੇ ਨਾਨਕ ਦੀ ਬਾਣੀ ਦੇ ਰਸ ਭਿੰਨੇ ਕੀਰਤਨ ਦਾ ਆਨੰਦ ਲੈਂਦੇ ਨੇ। ਕਿਉਂ? ਕਿਉਂਕਿ ਸੰਗੀਤ ਦੀਆਂ ਧੁਨਾਂ ਦੇ ਉੱਤੇ ਜਦੋਂ ਕਰਤਾਰ ਦੀ ਸਿਫਤ ਹੁੰਦੀ ਹੈ, ਇਹ ਕਠੋਰ ਤੋਂ ਕਠੋਰ ਹਿਰਦੇ ਨੂੰ ਵੀ ਠਾਰ ਕੇ ਰੱਖ ਦਿੰਦੀ, ਇਹ ਪੱਥਰ ਹੋਏ ਹਿਰਦਿਆਂ ਨੂੰ ਵੀ ਮੋਮ ਬਣਾ ਦਿੰਦੀ ਹੈ। ਸੋ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਅੱਜ ਦੇ ਪਾਵਨ ਪਵਿੱਤਰ ਸ਼ਬਦ ਨੂੰ ਧਨਾਸਰੀ ਰਾਗ ਦੇ ਵਿੱਚ ਉਚਾਰਨ ਕਰਦੇ ਹੋਏ ਉਪਦੇਸ਼ ਦੇ ਰਹੇ ਹਨ। ਜਿਸ ਕਾ ਤਨ ਮਨ ਧਨ ਸਭ ਤਿਸ ਕਾ, ਸੋਈ ਸੁਗੜ ਸੁਜਾਨੀ। ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਇੱਕ ਤੇ ਪਰਮਾਤਮਾ ਦੀ ਵਡਿਆਈ ਦੱਸਦੇ ਨੇ, ਉਸ ਅਕਾਲ ਪੁਰਖ ਵਾਹਿਗੁਰੂ ਦੀ ਸ਼ਖਸੀਅਤ ਦੱਸਦੇ ਨੇ ਕਿ ਕੈਸੀ ਸ਼ਖਸੀਅਤ ਦਾ ਮਾਲਕ ਹੈ ਪਰਮਾਤਮਾ। ਤੇ ਦੂਸਰਾ ਅੱਜ ਦੇ ਮੁਖਵਾਕ ਵਿੱਚ ਇਹ ਵੀ ਦੱਸਦੇ ਨੇ ਕਿ ਐ ਬੰਦਿਆ, ਤੇਰਾ ਸੰਸਾਰ ਤੇ ਕੁਝ ਨਹੀਂ, ਜੋ ਵੀ ਤੈਨੂੰ ਮਿਲਿਆ ਹੈ ਉਹ ਪਰਮਾਤਮਾ ਦੇ ਹੱਥੋਂ ਮਿਲਿਆ ਹੈ। ਭਾਵੇਂ ਤਨ ਹੈ, ਭਾਵੇਂ ਤੇਰਾ ਆਪ ਦਾ ਮਨ ਹੈ, ਤੇ ਫਿਰ ਭਾਵੇਂ ਸੰਸਾਰਿਕ ਜੀਵਨ ਜੀਣ ਵਾਸਤੇ ਮਿਲਿਆ ਹੋਇਆ ਧਨ ਹੈ, ਇਹ ਸਾਰਾ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦਾ ਦਿੱਤਾ ਹੋਇਆ। ਤੇਰਾ ਕੁਝ ਵੀ ਨਹੀਂ। ਜੇ ਇਸ ਬ੍ਰਹਮੰਡ ਵਿੱਚ ਤੇਰਾ ਕੁਝ ਹੈ ਤੇ ਤੇਰਾ ਪਰਮਾਤਮਾ ਹੀ ਤੇਰਾ ਬਣ ਸਕਦਾ, ਕੋਈ ਦੂਸਰਾ ਬਣ ਨਹੀਂ ਸਕਦਾ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ, ਜਿਸ ਕਾ ਤਨ ਮਨ ਧਨ ਸਭ ਤਿਸ ਕਾ। ਕਹਿੰਦੇ ਜਿਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦਾ ਇਹ ਤਨ ਹੈ, ਜਿਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦਾ ਇਹ ਇਨਸਾਨ ਦਾ ਮਨ ਵੀ ਹੈ,
इत्थों ये गल स्पष्ट हुई कि परमात्मा ने ही जीव की रचना की, भावें शरीरक तौर ते भावें आत्मक तौर ते। परमात्मा ने शरीर बनाया, नेत्र दिते, सरवण दिते, इंद्रियां दित्तियां, नासका दिती, जुबान दिती, श्वास दिते, ये पूरी दी पूरी इंसानी देह दिती, मनुखा देह बख्श दिती। पर वेखो अज विज्ञान ने तरक्की कर ली, किते किसे वड्डे म्यूजियम दे विच जाके वेखीए ना ते उत्थे बुत लगे हुंदे ने। ते अजकल विज्ञान ने ऐसी तकनीक की है कि बुत इस तरह के तैयार होंगे जिवें एक असली इंसान की देह होंदी है। ते दास ने भी एक बार एक म्यूजियम दे विच अमृतसर साहब विखे जा करके दर्शन किते, क्योंकि वो इतिहासक किला या खालसा पंथ दे राज दे नाल उहदा तालुका था। भंगी मिसल दे सरदारां दा वो किला है जिथे अज म्यूजियम बनिया। उहदे विच उन्हां ने निहंग ਸਿੰਘਾਂ दे खालसियां दे बुत बनाए ने, दस्सण वास्ते लोकाई नूं कि ये कैसे कैसे शस्त्र रखते सन। जद उन्हां बुतां नूं छूहिया तो इस तरह प्रतीत होया जिवें किसी असली इंसान दे शरीर नूं छूंहदे आ। भाव उन्हां मटीरियल ऐसा वरतिया कि वो असली मास ही लगदा। जदों उस बुत दे सामने खड़दे अखां नूं वेख के इस तरह लगदा जिवें असली अखां ही सैट कर दित्तियां। पर 2 मिनटां बाद दास नूं इस तरह प्रतीत होया कि वेखो विज्ञान ने कैसी तरक्की की कि परमात्मा दी बनी हुई देह नूं, परमात्मा दी साजी हुई देह नूं वेख करके विज्ञान ने भी दूसरी देह तैयार करके खड़ी करती। पर प्यार वालिओ फिर भी उस देह नूं इंसान नहीं कहा जाता, बुत ही कहा जाता, क्योंकि उस बुत दी देह दे विच जेड़ा मन जिहड़ी आत्मा परमात्मा ने बनाई है वो विज्ञान कदे बना नहीं सकता। इस करके सतगुरु गुरु अर्जन देव महाराज कहते कि जिसने तन साजिया, जिसने मन साजिया, जिसने तेनू धन दिता है, धन सब तिसका, ये सारा उस अकाल पुरख वाहिगुरु परमात्मा दा है। क्योंकि सोई सुगड़ सुजानी, वो अकाल पुरख वाहिगुरु परमात्मा तो, वो अकाल पुरख वाहिगुरु परमात्मा दी बख्शिश तो विशाल इस संसार ते कुछ भी नहीं। वो अकाल पुरख वाहिगुरु परमात्मा ही असल दे विच लखां हज़ारां अणगिणत सियाणपां दा मालक है। जे प्यार वालिओ आपां कुदरत दे नज़ारियां नूं तकीए ना ते परमात्मा दी सियाणप तो वारे वारे जांदे आ। जे किते परमात्मा दे बनाए हुए कछूए नूं वेख लईए ते वेखो परमात्मा दी सियाणप ही सारियां विच वरत रही है, नहीं ते जीवां दे विच किहड़ी वड्डी सियाणप है। भावें परमात्मा ने कछूआ बनाया ते उहनूं भी ये सियाणप दे दित्ती कि जदों मौत सामने आवे ते डर दे कारण वो भी अपनी ही बनाई देह दे विच लुक जांदा। सियाणप उसनूं परमात्मा ने दित्ती। निक्की जही कीड़ी होवे ते खालसा जी खंड नूं लै करके, खंड दे निक्के जिहे दाणे नूं लै करके जदों चलदी है, उस कीड़ी दे सामने रस्ते दे विच अपनी उंगल रख दो ते कीड़ी घुम करके फिर अगांह नूं तुरन लग जांदी है। भाव सियाणप है ना, परमात्मा ने सियाणप दित्ती है, उहदी आप दी ते सियाणप कोई नहीं। इसे करके विद्वानां ने कहा कि गुर मिसरी मेर सम, कहंदे अकाल पुरख वाहिगुरु परमात्मा दी ती वडियाई इस तरह है जिवें एक मिश्री दा बहुत वड्डा पहाड़ होवे ते चीरी मुख निज भर लिया, कछ अंत ना पारावार। कहंदे उस मिश्री दे एक विशाल पहाड़ दे विचों एक निक्की जही कीड़ी किनका मात्र दाना चुक लवे ते कवे कि मैं सारी मिठास नूं वेख लिया। कहंदे नहीं, कहंदे इस मिश्री दे पहाड़ दा अंत कीड़ी तो नहीं पाया जाना। ते सच है बंदिया, परमात्मा दी सियाणप दा, परमात्मा दी वडियाई दा अंत भी तेरे तो नहीं पाया जाना। हे अकाल पुरख वाहिगुरु दी परमात्मा दी वडियाई है। सतगुरु कहंदे उस अकाल पुरख वाहिगुरु दा जो दिता, जिसने सब कुछ दिता, कहंदे वो परमात्मा दी ये दयालता है कि तिन ही सुनिया दुख सुख मेरा, तौ बिद नीकी खटानी। कहंदे जो संसार दे विच जीवन जिंदियां कदे दुख आ जांदा, कदे सुख आ जांदा,
ਉਹ ਪਰਮਾਤਮਾ ਹੀ ਸਾਡੇ ਦੁੱਖ ਨੂੰ ਸੁਣਦਾ, ਪਰਮਾਤਮਾ ਹੀ ਸਾਡੇ ਸੁੱਖ ਦੇ ਵਿੱਚ ਸਾਡੀ ਸਹਾਇਤਾ ਕਰਦਾ। ਕਿਉਂਕਿ ਪਿਆਰਿਓ, ਕਿਤੇ ਨਾ ਕਿਤੇ ਮਨ ਦੇ ਵਿੱਚ ਭੁਲੇਖੇ ਰਹਿ ਜਾਂਦੇ ਕਿ ਸ਼ਾਇਦ ਜਿਹੜੇ ਇਹ ਰਿਸ਼ਤੇ ਨਾਤੇ ਨੇ ਇਹ ਮੇਰਾ ਦੁੱਖ ਸੁਣ ਲੈਣਗੇ। ਪਰ ਸੱਚ ਜਾਣਿਓ, ਸਰੀਰਕ ਤੌਰ ਤੇ ਤੁਹਾਡੇ ਨਜ਼ਦੀਕ ਬੈਠ ਕਰਕੇ ਇੱਕ ਵਾਰ ਸੁਣ ਵੀ ਲੈਣਗੇ, ਪਰ ਅਸਲ ਦੇ ਵਿੱਚ ਸੁਣਨਾ ਕੀ ਹੈ ਕਿ ਤੁਹਾਡੇ ਦੁੱਖ ਨੂੰ ਸੁਣ ਕਰਕੇ ਤੁਹਾਡਾ ਦੁੱਖ ਦੂਰ ਕਰ ਦੇਣ। ਪਰ ਇਹ ਕਲਾ ਇਨਸਾਨ ਵਿੱਚ ਨਹੀਂ, ਇਹ ਕੇਵਲ ਤੇ ਕੇਵਲ ਭਗਵਾਨ ਵਿੱਚ ਹੀ ਹੈ, ਜਿਹੜਾ ਸਾਡੀ ਪੀੜਾ ਨੂੰ, ਸਾਡੀ ਤਕਲੀਫ ਨੂੰ ਸੁਣਦਾ, ਪਰ ਕਿਤੇ ਸੁਣਾਉਣਾ ਆ ਜਾਵੇ। ਤਿਨ ਹੀ ਸੁਣਿਆ ਦੁੱਖ ਸੁਖ ਮੇਰਾ, ਤਉ ਵਿਦ ਨੀਕੀ ਖਟਾਨੀ। ਜੇ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਸਾਡੀ ਅਰਦਾਸ, ਸਾਡੀ ਅਰਜ਼ੋਈ ਸੁਣ ਲਵੇ ਤੇ ਸੱਚ ਹੈ ਬੰਦ ਖਲਾਸੀ ਹੋ ਜਾਂਦੀ, ਬਖਸ਼ਿਸ਼ਾਂ ਰਹਿਮਤਾਂ ਮਿਲ ਜਾਂਦੀ। ਪਰ ਕਿਤੇ ਸੁਣਾਉਣਾ ਆਵੇ ਤਾਂ ਸਹੀ। ਧੰਨ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ ਸਿੱਖ ਸੰਗਤ ਨੇ ਬੇਨਤੀ ਕੀਤੀ, ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਉਹ ਪਰਮਾਤਮਾ ਅਰਦਾਸ ਕਿਹੜੀ ਸੁਣਦਾ, ਕਿਹੜੀ ਅਰਦਾਸ, ਕਿਹੜੀ ਦੁਆ ਸੁਣਦਾ? ਧੰਨ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ, ਭਾਈ ਸਿੱਖੋ, ਅਰਦਾਸ ਦੋ ਤਰ੍ਹਾਂ ਦੀ ਹੈ, ਪਰ ਪਰਮਾਤਮਾ ਕੇਵਲ ਇੱਕੋ ਅਰਦਾਸ ਹੀ ਸੁਣਦਾ। ਸਿੱਖ ਸੰਗਤ ਨੇ ਪੁੱਛਿਆ, ਪਾਤਸ਼ਾਹ ਦੋ ਤਰ੍ਹਾਂ ਦੀ ਅਰਦਾਸ ਕਿਹੜੀ ਹੈ? ਕਹਿੰਦੇ ਇੱਕ ਤੇ ਅਰਦਾਸ ਹੈ ਸਰੀਰਕ ਤੌਰ ਤੇ, ਜਿਹੜੀ ਬੰਦਾ ਕੇਵਲ ਬਾਹਰੋਂ ਬੱਧਾ ਚੱਟੀ ਭਰਨ ਵਾਸਤੇ ਬੋਲ ਦਿੰਦਾ। ਪਰ ਇੱਕ ਅਰਦਾਸ ਹੈ ਆਤਮਿਕ ਤੌਰ ਤੇ, ਜਿਹਦੇ ਵਿੱਚ ਸ਼ਬਦ ਸੁਣਾਈ ਨਹੀਂ ਦਿੰਦੇ, ਜਿਹਦੇ ਵਿੱਚ ਸਮਝ ਦਿਖਾਈ ਨਹੀਂ ਦਿੰਦੀ, ਪਰ ਉਹਦੇ ਮਨ ਦੀ ਵਿਹਬਲਤਾ ਉਹਦੀ ਅਰਦਾਸ ਗੁਰੂ ਨੂੰ ਸੁਣਾ ਦਿੰਦੀ ਹੈ। ਉਸ ਅਰਦਾਸ ਦੇ ਵਿੱਚ ਭਾਵਨਾ ਹੁੰਦੀ ਹੈ, ਉਸ ਅਰਦਾਸ ਵਿੱਚ ਪ੍ਰੇਮਾ ਭਗਤੀ ਹੁੰਦੀ ਹੈ। ਪਿਆਰ ਵਾਲਿਓ, ਪ੍ਰੇਮਾ ਭਗਤੀ ਹੀ ਗੁਰੂ ਨਾਨਕ ਸਾਹਿਬ ਨੇ ਗੁਰੂ ਕਿਆਂ ਸਿੱਖਾਂ ਨੂੰ ਦਿੱਤੀ, ਭਾਵਨਾ ਗੁਰੂ ਕਿਆਂ ਸਿੱਖਾਂ ਨੂੰ ਦਿੱਤੀ। ਕਿਉਂਕਿ ਕਿਤੇ ਨਾ ਕਿਤੇ ਧਰਮੀਆਂ ਦੇ ਵਿੱਚ ਭਾਵਨਾ ਦੀ ਘਾਟ ਰਹਿ ਗਈ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਆ ਕੇ ਭਾਵਨਾ ਦਾ ਖਜ਼ਾਨਾ ਦੇ ਦਿੱਤਾ। ਅੱਜ ਅਰਦਾਸ ਕਿਵੇਂ ਸਤਿਗੁਰੂ ਸਾਡੀ ਸੁਣ ਲੈਣ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਨੂੰ ਵੀ ਬਚਨ ਕੀਤਾ, ਪਾਤਸ਼ਾਹ ਕਿਸ ਤਰ੍ਹਾਂ ਸਾਡੀ ਅਰਦਾਸ ਸੁਣੀ ਜਾਏਗੀ? ਸਤਿਗੁਰੂ ਕਹਿਣ ਲੱਗੇ, ਸਿੱਖਾ, ਜਦੋਂ ਕੋਈ ਵੀ ਤਕਲੀਫ ਹੋਵੇ, ਮਨ ਵਿੱਚ ਵਿਹਬਲਤਾ ਹੋਵੇ ਤੇ ਕੜਾਹ ਪ੍ਰਸ਼ਾਦ ਸਤਿਗੁਰੂ ਨੂੰ ਭੋਗ ਲਵਾਉਣ ਵਾਸਤੇ ਕਹਿ ਲਈਏ, ਦਰ ਪ੍ਰਵਾਨ ਕਹਿ ਲਈਏ। ਮੈਂ ਬੇਨਤੀ ਕਰਦਾ ਹੁੰਨਾ ਅਕਸਰ, ਸ਼ਬਦਾਂ 'ਚ ਨਾ ਜਾਈਏ, ਭਾਵਨਾ 'ਚ ਰਹੀਏ। ਕਹਿੰਦੇ ਕੜਾਹ ਪ੍ਰਸ਼ਾਦ ਲੈ ਕਰਕੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰ ਜਾਈ, ਨਿਕਟ ਜਾਈ ਤੇ ਦੋਵੇਂ ਹੱਥ ਜੋੜ ਕੇ ਅਰਦਾਸ ਕਰੀ। ਮੈਂ ਬੇਨਤੀ ਕਰਾਂ ਕਿ ਅਕਸਰ ਆਪਾਂ ਗੁਰੂ ਘਰ ਸਤਿਗੁਰੂ ਵਾਸਤੇ ਕੜਾਹ ਪ੍ਰਸ਼ਾਦ ਲਿਆਉਂਦੇ ਆ, ਵਸਤਰ ਲਿਆਉਂਦੇ ਆ, ਪਰ ਪਿਆਰ ਵਾਲਿਓ ਯਤਨ ਕਰਿਆ ਕਰੀਏ ਕਿ ਸਤਿਗੁਰੂ ਸਾਡੀ ਅਰਦਾਸ ਤਾਂ ਸੁਣਨਗੇ ਜਿੱਦਣ ਆਪ ਕਰਨੀ ਦੀ ਜਾਚ ਆ ਜਾਵੇਗੀ। ਜਦੋਂ ਕੜਾਹ ਪ੍ਰਸ਼ਾਦ ਲਿਆਉਂਦੇ ਆ ਫਿਰ ਕਾਹਲੀ ਨਾ ਕਰਿਆ ਕਰੀਏ। ਸੇਵਾਦਾਰਾਂ ਨੂੰ ਕਿਰਪਾਨ ਭੇਟ ਕਰਨ ਵਾਸਤੇ ਕਾਹਲੀ ਨਾਲ ਨਾ ਦਿਆ ਕਰੀਏ। ਪਹਿਲਾਂ ਖੁਦ ਕੜਾਹ ਪ੍ਰਸ਼ਾਦ ਹੱਥ ਵਿੱਚ ਪਕੜ ਕਰਕੇ ਸਤਿਗੁਰੂ ਦੇ ਹਜ਼ੂਰ ਬੈਠ ਕਰਕੇ ਜਪਜੀ ਸਾਹਿਬ ਦਾ ਪਾਠ, ਚੌਪਈ ਸਾਹਿਬ ਦਾ ਪਾਠ, ਆਨੰਦ ਸਾਹਿਬ ਦਾ ਪਾਠ ਆਪ ਆਪਣੇ ਰਸਨਾ ਤੋਂ ਕਰਿਆ ਕਰੀਏ, ਹਾਜ਼ਰੀ ਲਵਾਇਆ ਕਰੀਏ ਤੇ ਕਿਆ ਕਰੀਏ, ਪਾਤਸ਼ਾਹ ਕਿਰਪਾ ਕਰੋ, ਤੁਹਾਡੇ ਦਰ ਤੇ ਤੁਹਾਡਾ ਸੇਵਕ ਖੜਾ ਹੈ, ਪਾਤਸ਼ਾਹ ਕਿਰਪਾ ਕਰਕੇ ਸੇਵਕ ਦੀ ਭਾਵਨਾ ਨੂੰ ਭਾਗ ਲਓ। ਜਿਸ ਦਿਨ ਵਸਤਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਵਾਸਤੇ ਲਿਆਇਆ ਕਰੀਏ, ਸੇਵਾਦਾਰਾਂ ਨੂੰ ਪਕੜਾਉਣ ਤੋਂ ਪਹਿਲਾਂ ਇੱਕ ਵਾਰ ਨੇਤਰ ਬੰਦ ਕਰਕੇ ਅੰਤਰਮੁਖੀ ਧਿਆਨ ਹੋ ਕੇ ਗੁਰੂ ਨੂੰ ਆਪਣੇ ਅੰਦਰੋਂ ਤੱਕ ਕੇ ਅਰਦਾਸ ਕਰਿਆ ਕਰੀਏ। ਹਰਿ ਜੂ ਰਾਖ ਲਿਹੋ ਪਤ ਮੇਰੀ, ਜਮ ਕੋ ਤਰਾਸ ਭਇਓ ਔਰ ਅੰਤਰ ਸ਼ਰਨ ਗਹੀ ਕਿਰਪਾ ਨਿ ਤੇਰੀ। ਪ੍ਰੇਮ ਪਟੋਲਾ ਤੈ ਸਹਿ ਦਿੱਤਾ, ਢੱਕਣ ਕੂਮ ਪਤ ਮੇਰੀ। ਪਾਤਸ਼ਾਹ ਮੇਰੀ ਪੱਤ ਢੱਕ ਲਾ, ਸੰਸਾਰ ਦੇ ਵਿੱਚ ਮੇਰੀ ਹਾਲਾਤ ਬੁਰੀ ਹੋ ਰਹੀ ਆ, ਮੇਰੇ ਸਿਰ ਤੇ ਮਿਹਰ ਭਰਿਆ ਹੱਥ ਧਰ ਦੇ। ਇਸ ਤਰ੍ਹਾਂ ਭਾਵਨਾ ਦੇ ਨਾਲ ਜਿਸ ਦਿਨ ਖਾਲਸਾ ਜੀ ਗੁਰੂ ਘਰ ਵਾਸਤੇ ਭੇਟਾ ਲਿਆ ਕੇ ਆਪਣੇ ਹੱਥੀ
ਅਰਦਾਸ ਕਰਕੇ ਆਪਣੀ ਰਸਨਾ ਤੋਂ ਬਾਣੀ ਦਾ ਅਭਿਆਸ ਕਰਕੇ ਸਤਿਗੁਰੂ ਅੱਗੇ ਭੇਟਾ ਅਰਪਣ ਕਰਾਂਗੇ। ਸੱਚ ਹੈ ਰਹਿਮਤ ਬਖਸ਼ਿਸ਼ ਜ਼ਰੂਰ ਵਰਤੇਗੀ, ਪਰ ਜੇ आवश्यकता है केवल ते केवल रसना दे उत्ते वाहिगुरु गुरु मंत्र नूं वसाउण दी, मूल मंत्र नूं वसाउण दी। क्योंकि खालसा जी जिस दिन रसना दे उत्ते वाहिगुरु गुरु मंत्र जां मूल मंत्र दा अभ्यास टिक जावे ना, ते धन गुरु गोबिंद सिंह महाराज कलगीधर पातशाह कहंदे गुरु क्या सिखा, वाहिगुरु गुरु मंत्र दे अंदर मूल मंत्र दे अंदर ये ताकत है, ये कला है। जे मूल मंत्र तेरे हिरदे विच वस जावे, वाहिगुरु गुरु मंत्र तेरे हिरदे विच वस जावे, सच जानी घरों तुरेंगा ते जेड़ी दात तू मन विच सोची भी ना होवेगी, गुरु नानक दे घरों वो दात भी मिल जावेगी। अरदास करन दी लोड़ नहीं पवेगी फिर कि आह चाहिदा, पर केवल ते केवल जे वस्त मंगी है साई पाई है, जे नाम चित लाइए, जे नाम दे नाल किते सचमुच चित लग गया ना खालसा जी, फिर वो दात भी गुरु नानक साहब घरों मिल जाती जेड़ी बंदे ने सोची ना होवे। सो सतगुरु श्री गुरु अर्जन देव महाराज सच्चे पातशाह कहंदे अकाल पुरख वाहिगुरु दा, जिस दा ये तन मन धन सब उस अकाल पुरख वाहिगुरु दा, उन्हें ही मेरा दुख सुख सुनिया। संसार विच मैं कईयां अगे जा करके कईयां दी आस मन ते टकाई, अपनी तकलीफ दे विच परेशानी भी दसी, पर किसी ने मेरी सुनी ना, किसी ने मेरी मदद ना करी। सुनी तो भाव कि एक बार भावें कन्ना राही ते सुन लई, पर मेरी मदद ना की। आपां कई बार जदों कोई काम अड़ जावे, किसी सज्जण नूं जदों 4-5 बार सुना दईए फिर भी काम ना होवे ना, ते आपां सुभावक कह दिंदे आ कि फलाना सज्जण साडी सुनदा नहीं। पर सतगुरु कहंदे ये अकाल पुरख वाहिगुरु दा, गुरु नानक साहब दा दर ऐसी कला वाला, गुरु क्या सिखा रसना तो भावें बोली ना, इत्थे आके सेवा कर लई तां भी गुरु नानक साहब दे घरों तेरी पूरी जरूर पै जावेगी। क्योंकि जा तू मेरा वल है तां क्या मोहशंदा, तुद सब किश मैनों सौंपिया जा तेरा बंदा। सतगुरु कहंदे इत्थे आके सुनी जावेगी, क्योंकि ये सच है जी की एक ही पहमानी। कहंदे इस अंतर आत्मा दी, इस जीव दी केवल ते केवल एक अकाल पुरख वाहिगुरु परमात्मा दे दर ते ही मन्नी जावेगी। तृष्णा इहदे अंदर दी परमात्मा दे दर ते ही दूर होवेगी। अंदर दी तड़फ, अंदर दी खोज केवल ते केवल परमात्मा दे दर ते ही पूरी होवेगी। क्योंकि खालसा जी खोज ही लगी सी ना भाई लहणा जी नूं, पर जिदन सतगुरु गुरु नानक साहब दे दर्शन कर ले, अंदर दी खोज पूरी हो गई। फिर कह दिता जे सौ चंदा उगवे सूरज चढ़े हजार, ਇਹ ਤੇ ਚਾਨਣ ਹੋਂਦੇ ਆ ਗੁਰਬਿਨ ਘੋਰ ਅੰਧਾਰ। ਕਿ ਅੱਜ ਤੱਕ ਗੁਰੂ ਨਾਨਕ ਸਾਹਿਬ ਦੇ ਦੀਦਾਰੇ ਨਹੀਂ ਹੋਏ ਤੇ ਹਨੇਰਾ ਸੀ, ਅੱਜ ਗੁਰੂ ਮਿਲ ਪਿਆ ਤੇ ਅੰਦਰ ਦੇ ਹਨੇਰੇ ਵੀ ਦੂਰ ਹੋ ਗਏ। ਇੱਕ ਤ੍ਰਿਸ਼ਨਾ ਹੀ ਸੀ ਅੰਦਰ ਕਿ ਸੱਜਣ ਬਣ ਕੇ ਦੁਨੀਆ ਨੂੰ ਠੱਗਦਾ ਸੀ, ਪਰ ਜਿੱਦਣ ਗੁਰੂ ਨਾਨਕ ਸਾਹਿਬ ਦੇ ਦੀਦਾਰੇ ਹੋ ਗਏ, ਮਹਾਰਾਜ ਨੇ ਉਪਦੇਸ਼ ਦੇ ਦਿੱਤਾ, ਸੱਜਣਾ ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚਲਨ, ਜਿੱਥੈ ਲੇਖਾ ਮੰਗੀ ਹੈ ਤਿੱਥੈ ਖੜੇ ਦਿਸਨ। ਅੰਦਰ ਦੀ ਖੋਜ ਪੂਰੀ ਹੋ ਗਈ, ਤ੍ਰਿਸ਼ਨਾ ਮਿਟ ਗਈ। ਪਿਆਰ ਵਾਲਿਓ, ਇਹ ਗੁਰੂ ਨਾਨਕ ਸਾਹਿਬ ਦਾ ਦਰ ਹੈ। ਇਸੇ ਕਰਕੇ ਸਤਿਗੁਰੂ ਕਹਿੰਦੇ ਕਿ ਧਰ ਜੀਅਰੇ ਇੱਕ ਟੇਕ ਤੂੰ, ਇੱਕ ਦੀ ਟੇਕ ਮਨ ਦੇ ਵਿੱਚ ਟਿਕਾ, ਧਰ ਜੀਅਰੇ ਇੱਕ ਟੇਕ ਤੂੰ, ਲਾਹੇ ਬਿਡਾਨੀ ਆਸ, ਨਾਨਕ ਨਾਮ ਧਿਆਈਐ ਕਾਰਜ ਆਵੈ ਰਾਸ। ਖਾਲਸਾ ਜੀ ਸੱਚ ਹੈ, ਜਿਹੜਾ ਅੰਮ੍ਰਿਤ ਵੇਲੇ ਉੱਠ ਕਰਕੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਨੂੰ ਗਲਵਕੜੀ ਪਾ ਲਵੇ ਨਾ, ਉਹਨੂੰ ਫਿਰ ਦੁਨੀਆ ਦੇ ਵਿੱਚ ਕਿਸੇ ਦੇ ਪੈਰਾਂ ਵਿੱਚ ਗੁਰੂ ਨਾਨਕ ਸਾਹਿਬ ਝੁਕਣ ਨਹੀਂ ਦਿੰਦੇ। ਜਿਹੜਾ ਗੁਰੂ ਨਾਨਕ ਦੇ ਚਰਨਾਂ ਤੇ ਝੁਕ ਜਾਵੇ, ਫਿਰ ਉਹ ਦੁਨੀਆ ਦੇ ਚਰਨਾਂ ਤੇ ਨਹੀਂ ਝੁਕਦਾ। ਕਿਉਂਕਿ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੇ ਵਿੱਚ ਝੁਕ ਕੇ, ਗੁਰੂ ਨਾਨਕ ਸਾਹਿਬ ਦੇ ਚਰਨਾਂ ਦੀ ਧੂੜੀ ਦੇ ਵਿੱਚ ਹੀ ਲੱਖਾਂ ਬਖਸ਼ਿਸ਼ਾਂ ਰਹਿਮਤਾਂ ਵਰਤਦੀਆਂ। ਜਿਹਦੇ ਮਸਤਕ ਦੇ ਉੱਤੇ ਗੁਰੂ ਨਾਨਕ ਸਾਹਿਬ ਦੇ ਦਰ ਦੀ ਧੂੜੀ ਲੱਗ ਗਈ, ਉਹਦੇ ਜਨਮਾਂ ਜਨਮਾਂ ਦੀ ਮੈਲ ਮਿਟ ਗਈ, ਉਹਦੀ ਤ੍ਰਿਸ਼ਨਾ ਬੁਝ ਗਈ, ਉਹਦੇ ਅੰਦਰ ਦੀ ਤੜਪ, ਅੰਦਰ ਦੀ ਪਿਆਸ ਦੂਰ ਹੋ ਗਈ।
ਸੋ ਸਤਿਗੁਰੂ ਕਹਿੰਦੇ ਜੀ ਕੀ ਏਕੈ ਹੀ ਪਹਿਮਾਨੀ, ਆਵਰ ਜਤਨ ਕਰ ਰਹੇ ਬਹੁ ਤੇਰੇ, ਤਿੰਨ ਤਿਲ ਨਹੀਂ ਕੀਮਤ ਜਾਨੀ। ਕਹਿੰਦੇ ਕੇਵਲ ਇਸ ਦਰ ਤੇ ਹੀ ਮੰਨੀ ਜਾਵੇਗੀ, ਹੋਰ ਭਾਵੇਂ ਜਿਤਨੇ ਵੀ ਯਤਨ ਕਰ ਲਏ ਸੰਸਾਰ ਤੇ ਇਸ ਇਨਸਾਨ ਨੇ, ਇਸ ਮਨੁੱਖ ਨੇ, ਪਰ ਉਹਨਾਂ ਦੀ ਕੀਮਤ ਤੇ ਤਿਲ ਜਿੰਨੀ ਵੀ ਨਹੀਂ ਪਈ। ਬੜੇ ਉਪਾਅ ਕੀਤੇ, ਬੜੇ ਉਦਮ ਕੀਤੇ, ਬੜੇ ਹੰਬਲੇ ਮਾਰੇ ਕਿ ਅਰਦਾਸ ਸੁਣੀ ਜਾਵੇ, ਦਾਤ ਮਿਲ ਜਾਵੇ, ਬਖਸ਼ਿਸ਼ਾਂ ਹੋ ਜਾਣ, ਜੀਵਨ ਸੋਹਣਾ ਬਣ ਜਾਵੇ, ਜੀਵਨ ਦੇ ਵਿੱਚੋਂ ਚਿੰਤਾ ਦੂਰ ਹੋ ਜਾਵੇ। ਪਰ ਸੱਚ ਹੈ, ਬੰਦਾ ਜਨਮ ਤੋਂ ਸ਼ੁਰੂ ਹੁੰਦਾ ਤੇ ਬੁਢੇਪੇ ਤੱਕ ਖਾਲਸਾ ਜੀ ਇਹੀ ਉਪਾਅ ਕਰਦਾ ਰਹਿੰਦਾ, ਚਿੰਤਾ ਦੂਰ ਹੋ ਜਾਵੇ, ਅੰਦਰ ਦੀ ਤੜਫ ਮੁੱਕ ਜਾਵੇ, ਪਿਆਸ ਮੁੱਕ ਜਾਵੇ, ਖੋਜ ਮੁੱਕ ਜਾਵੇ। ਪਰ ਸੱਚ ਹੈ, ਬੁਢੇਪਾ ਵੀ ਚਲਿਆ ਜਾਂਦਾ ਪਰ ਤੜਪ ਫਿਰ ਵੀ ਨਹੀਂ ਮੁੱਕਦੀ, ਅਖੀਰ ਦੁਬਾਰਾ ਫਿਰ ਆਉਣਾ ਪੈਂਦਾ। ਤਾਂ ਹੀ ਕਰਕੇ ਸਤਿਗੁਰੂ ਨੇ ਕਿਹਾ ਨਾ, ਸੁਨਹੋ ਰੇ ਤੂੰ ਕੌਣ ਕਹਾਂ ਤੇ ਆਇਓ, ਇਹ ਤੀਕ ਨਾ ਜਾਣੋ ਕੇਤਿਕ ਮੁੱਦਤ ਚਲਤੇ ਖਬਰ ਨਾ ਪਾਇਓ। ਇਹ ਤੇ ਹਾਲੇ ਤੱਕ ਖਬਰ ਹੀ ਨਹੀਂ ਕਿ ਕਿੰਨੀਆਂ ਮੁੱਦਤਾਂ ਤੋਂ ਇਸ ਇਨਸਾਨ ਦੀ ਆਤਮਾ, ਇਨਸਾਨ ਸਫ਼ਰ ਕਰ ਰਿਹਾ ਇਸ ਸੰਸਾਰ ਦੇ ਅੰਦਰ, ਕਿਤਨੇ ਮੁੱਦਤਾਂ ਤੋਂ ਭਟਕ ਰਿਹਾ, ਪਰ ਤ੍ਰਿਸ਼ਨਾ ਨਹੀਂ ਬੁੱਝੀ, ਅੰਦਰ ਦੀ ਪਿਆਸ ਦੂਰ ਨਹੀਂ ਹੋਈ। ਤੇ ਜਿਨ੍ਹਾਂ ਦੇ ਅੰਦਰ ਦੀ ਪਿਆਸ ਦੂਰ ਹੋ ਗਈ, ਅੰਦਰ ਦੀ ਤ੍ਰਿਸ਼ਨਾ ਮੁੱਕ ਗਈ, ਜਿਨ੍ਹਾਂ ਨੂੰ ਗੁਰੂ ਮਿਲ ਪਿਆ, ਜਿਨ੍ਹਾਂ ਉੱਤੇ ਰਹਿਮਤ ਵਰਤ ਗਈ, ਉਹ ਤੇ ਖਾਲਸਾ ਜੀ ਫਿਰ ਗੁਰੂ ਦਾ ਰੂਪ ਹੋ ਗਏ। ਧੰਨ ਬਾਬਾ ਬੁੱਢਾ ਸਾਹਿਬ ਜੀ, ਉਹ ਗੁਰੂ ਨੂੰ ਮਿਲੇ ਤੇ ਗੁਰੂ ਦਾ ਰੂਪ ਹੋ ਗਏ। ਜਿਸ ਤਰ੍ਹਾਂ ਪੀਰ ਬੁੱਧੂ ਸ਼ਾਹ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਾਤਸ਼ਾਹ ਨੂੰ ਕਿਹਾ ਸੀ ਨਾ ਪਹਿਲੀ ਵਾਰ ਮੁਲਾਕਾਤ ਵਿੱਚ, ਕਿ ਐਸੀ ਮਿਲਣੀ ਅਬ ਮਿਲ ਗਇਓ, ਲੈ ਦਰਸ਼ਨ ਕੋ ਮਨ ਦੇ ਗਇਓ। ਕਹਿੰਦੇ ਕਲਗੀਧਰ ਪਾਤਸ਼ਾਹ ਆਪ ਜੀ ਨਾਲ ਐਸਾ ਮਿਲਾਪ ਹੋਇਆ, ਤੁਹਾਡੇ ਦਰਸ਼ਨ ਕਰਕੇ ਮੈਂ ਆਪਣਾ ਮਨ ਤੁਹਾਡੇ ਚਰਨਾਂ ਵਿੱਚ ਵੇਚ ਚੱਲਿਆ। ਤੁਹਾਡੇ ਦਰਸ਼ਨ ਕਰ ਲਏ, ਤੁਹਾਡੀ ਮੂਰਤ ਦੇ ਦੀਦਾਰੇ ਲੈ ਚੱਲਿਆ ਤੇ ਆਪਣਾ ਮਨ ਮੈਂ ਇੱਥੇ ਰੱਖ ਚੱਲਿਆ। ਬਸ ਪਿਆਰਿਓ, ਕਿਤੇ ਸਾਨੂੰ ਵੀ ਐਸੀ ਮਿਲਣ ਦੀ ਜਾਚ ਆ ਜਾਵੇ, ਜਦੋਂ ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਸਨਮੁਖ ਖੜੀਏ ਤੇ ਸੱਚਮੁੱਚ ਸਾਡਾ ਮਨ ਇੱਥੇ ਰਹਿ ਜਾਵੇ ਤੇ ਗੁਰੂ ਦੀ ਮੂਰਤ ਨਾਲ ਚੱਲ ਪਵੇ। ਜਿੱਦਣ ਗੁਰੂ ਦੀ ਮੂਰਤ ਨਾਲ ਚੱਲੇਗੀ ਨਾ, ਨਿਸ਼ਾਨੀ ਇਹ ਹੋਵੇਗੀ, ਕੋੜਾ ਬੋਲਣਾ ਛੱਡ ਦਿਆਂਗੇ, ਅੰਦਰ ਦੀ ਨਿਮਰਤਾ ਆ ਜਾਵੇਗੀ, ਸ਼ਬਦਾਂ ਦੀ ਨਹੀਂ, ਅੰਦਰ ਦੀ ਨਿਮਰਤਾ। ਮੱਥੇ ਦੇ ਉੱਤੇ ਬਣ ਰਹੀਆਂ ਤਿਉੜੀਆਂ ਦੂਰ ਹੋ ਜਾਣਗੀਆਂ, ਚਿਹਰੇ ਦੇ ਉੱਤੇ ਖੇੜਾ ਆ ਜਾਵੇਗਾ। ਨਾਨਕ ਭਗਤਾਂ ਸਦਾ ਵਿਗਾਸ, ਉਹ ਵਿਗਾਸ ਆ ਜਾਵੇਗਾ, ਜਿਹੜਾ ਵਿਗਾਸ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਜਪਜੀ ਸਾਹਿਬ ਵਿੱਚ ਕਿਹਾ। ਪਰ ਆਵੇਗਾ ਉਦੋਂ ਜਦੋਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮਿਲ ਲਵਾਂਗੇ। ਆਪਾਂ ਕਹਾਂਗੇ ਮਿਲਦੇ ਤੇ ਆਪਾਂ ਸਾਰੇ ਹੀ ਰੋਜ਼ ਆ, ਰੋਜ਼ਾਨਾ ਹੀ ਦਰਸ਼ਨ ਕਰਦੇ ਆ ਗੁਰੂ ਘਰ ਆ ਕਰਕੇ, ਪਰ ਗੁਰੂ ਦੁਆਰਾ ਹੋਈ ਸੋਝੀ ਪਾਈ ਸੀ। ਜਿੱਦਣ ਅੰਦਰ ਦੀ ਸੋਝੀ ਹੋ ਜਾਵੇ, ਉਹ ਗੁਰੂ ਨੂੰ ਮਿਲਣਾ। ਜਿੱਦਣ ਪਿਆਰ ਵਾਲਿਓ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੇ ਸਹਿਜ ਪਾਠ ਆਰੰਭ ਕਰਾਂਗੇ, ਉਹ ਅੰਦਰ ਦਾ ਮਿਲਣਾ। ਜਿੱਦਣ ਸੰਪੂਰਨ ਸਹਿਜ ਪਾਠ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਦਰਸ਼ਨ ਕਰਾਂਗੇ ਨਾ, ਤਾਂ ਅੰਦਰ ਦਾ ਮਿਲਣਾ ਹੋਵੇਗਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਨੂੰ ਪੁੱਛਿਆ ਸੀ, ਕਿਉਂਕਿ ਸਤਿਗੁਰੂ ਨੇ ਅੱਜ ਕਿਹਾ ਨਾ, ਤਿਨ ਹੀ ਸੁਣਿਆ ਦੁੱਖ ਸੁੱਖ ਮੇਰਾ। ਸੁਣ ਲਿਆ ਪ੍ਰਮਾਤਮਾ ਨੇ, ਗੁਰੂ ਨਾਨਕ ਸਾਹਿਬ ਨੇ ਕਲਗੀਧਰ ਪਾਤਸ਼ਾਹ ਨੂੰ ਕਿਹਾ, ਪਾਤਸ਼ਾਹ ਗੁਰੂ ਕੇ ਸਿੱਖ ਜੇ ਤਕਲੀਫ ਵਿੱਚ, ਪਰੇਸ਼ਾਨੀ ਵਿੱਚ ਹੋਣ, ਆਪਣੇ ਮਨ ਦੀ ਵਿਹਬਲਤਾ ਕਿਸੇ ਨੂੰ ਦੱਸਣੀ ਹੋਵੇ, ਪਾਤਸ਼ਾਹ ਆਪ ਜੀ ਦੇ ਨਾਲ ਵਚਨ ਕਰਨਾ ਹੋਵੇ ਤੇ ਕੀ ਕਰੀਏ? ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ, ਜੋ ਮੁਝ ਬਚਨ ਕਰਨ ਕੀ ਚਾਹੇ, ਗ੍ਰੰਥ ਜੀ ਹਿਤ ਪੜੇ ਚਿਤ ਲਾਏ। ਖਾਲਸਾ ਜੀ, ਜਿਨੇ ਸਾਡੇ ਨਾਲ ਬਚਨ ਕਰਨੇ ਨੇ, ਗੁਰੂ ਗ੍ਰੰਥ ਸਾਹਿਬ ਦਾ ਸਹਿਜ ਪਾਠ ਕਰੇ। ਤੇ ਪਿਆਰ ਵਾਲਿਓ, ਸਹਿਜ ਪਾਠ ਵੀ ਇਸ ਤਰ੍ਹਾਂ ਕਰੇ, ਬਾਣੀ ਦਾ ਜਾਪ ਵੀ ਇਸ ਤਰ੍ਹਾਂ ਕਰੇ, ਬਾਣੀ ਦਾ ਅਭਿਆਸ ਵੀ ਇਸ ਤਰ੍ਹਾਂ ਕਰੇ ਜਿਵੇਂ ਮੈਂ ਗੁਰੂ ਨਾਲ ਗੱਲਾਂ ਕਰ ਰਿਹਾ। ਜਿਵੇਂ ਕਦੇ ਭਾਈ ਮਰਦਾਨਾ ਜੀ ਨੇ ਗੁਰੂ ਨਾਨਕ ਸਾਹਿਬ ਦੀ ਹਜ਼ੂਰੀ ਵਿੱਚ ਬੈਠ ਕੇ ਰਬਾਬ ਵਜਾਈ ਹੋਵੇਗੀ ਨਾ, ਇਸ ਤਰ੍ਹਾਂ ਕਿਤੇ
ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਅੰਦਰ ਬੈਠ ਕੇ ਗੁਰੂ ਗ੍ਰੰਥ ਸਾਹਿਬ ਨੂੰ ਰੱਬ ਜਾਣ ਕੇ ਫਿਰ ਸਹਿਜ ਪਾਠ ਕਰੇ ਤੇ ਸੱਚ ਹੈ। ਜਿਹੜੇ ਆਪਾਂ ਸਾਰੇ ਸੱਜਣ ਕਹਿੰਦੇ ਬਾਣੀ ਦੇ ਅਰਥ ਸਮਝ ਨਹੀਂ ਆਉਂਦੇ, ਬਾਣੀ ਸਮਝ ਨਹੀਂ ਆਉਂਦੀ, ਪਿਆਰਿਓ ਸੱਚ ਹੈ ਜਿੱਦਣ ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਬਾਣੀ ਪੜਾਂਗੇ ਤੇ ਸਤਿਗੁਰੂ ਕਿਰਪਾ ਕਰਕੇ ਐਸੇ ਅਰਥ ਸਾਡੀ ਹਿਰਦੇ ਵਿੱਚ ਵਸਾ ਦੇਣਗੇ ਜਿਹੜੇ ਨਾ ਤੇ ਕਦੇ ਪੜ੍ਹੇ ਹੋਣਗੇ ਤੇ ਨਾ ਹੀ ਕਦੇ ਸੁਣੇ ਹੋਣਗੇ। ਵੇਖੋ ਭਗਤ ਕਬੀਰ ਜੀ ਨੇ ਕਿਤੋਂ ਜਾ ਕੇ ਅਰਥ ਪੜ੍ਹੇ ਨਹੀਂ, ਭਗਤ ਨਾਮਦੇਵ ਜੀ ਨੇ, ਭਗਤ ਧੰਨੇ ਨੇ, ਉਹ ਤੇ ਭੋਲੇ ਭਾਏ ਮਿਲੇ ਰਘੁਰਾਇਆ। ਉਹਨਾਂ ਭਗਤ ਧੰਨਾ ਜੀ ਨੇ ਕਿਤੇ ਜਾ ਕੇ PhD ਨਹੀਂ ਕੀਤੀ, MA ਨਹੀਂ ਕੀਤੀ। ਉਹਨਾਂ ਨੇ ਤੇ ਕੇਵਲ ਗੋਬਿੰਦ ਭਾਓ ਭਗਤ ਦਾ ਭੁੱਖਾ ਪ੍ਰੇਮਾ ਭਾਵਨਾ ਦੇ ਨਾਲ ਪ੍ਰੇਮਾ ਭਗਤੀ ਕੀਤੀ। ਤੇ ਪਿਆਰ ਵਾਲਿਓ ਭਗਤ ਦੇ ਕਾਰਜ ਵੀ ਰੱਬ ਨੇ ਆਪ ਕੀਤੇ, ਭਗਵਾਨ ਨੇ ਆਪ ਕੀਤੇ। ਅੱਜ ਉਹਨਾਂ ਭਗਤਾਂ ਦੀ ਰਚਨਾ ਦੇ ਉੱਤੇ ਯੂਨੀਵਰਸਿਟੀਆਂ ਦੇ ਵਿੱਚ ਵਿਦਵਾਨ ਸੱਜਣ ਖੋਜ ਕਰਦੇ ਨੇ। ਕਿਉਂਕਿ ਹਲੇ ਅਸੀਂ ਰੱਬ ਨੂੰ ਨਹੀਂ ਮਿਲੇ, ਗੁਰੂ ਨੂੰ ਨਹੀਂ ਮਿਲੇ, ਪਰ ਉਹ ਪਿਆਰੇ ਰੱਬ ਦੇ ਪਿਆਰੇ ਗੁਰੂ ਨੂੰ ਮਿਲ ਪਏ। ਉਹ ਰੱਬ ਦੇ ਪਿਆਰੇ ਐਸੀ ਮਿਲਣੀ ਅਬ ਮਿਲ ਗਇਓ, ਲੈ ਦਰਸ਼ਨ ਕੋ ਮਨ ਦੇ ਗਇਓ। ਜਿਸ ਦਿਨ ਭਗਤ ਧੰਨਾ ਜੀ ਨੇ ਪਹਿਲੀ ਵਾਰ ਵੇਖਿਆ ਨਾ ਪੁਜਾਰੀ ਨੂੰ, ਭਾਵੇਂ ਕਾਰੋ ਪੱਥਰ ਦੀ ਪੂਜਾ ਰਿਹਾ ਸੀ, ਪਰ ਜਿੱਦਣ ਪਹਿਲੀ ਵਾਰ ਵੇਖਿਆ ਉਦਣ ਹੀ ਆਪਣਾ ਮਨ ਰੱਬ ਨੂੰ ਦੇ ਦਿੱਤਾ। ਤੇ ਪੁਜਾਰੀ ਨੂੰ ਕਿਹਾ ਸੀ, ਪੁਜਾਰੀਆ ਇਹ ਠਾਕੁਰ ਸਾਰੇ ਕਾਰਜ ਕਰ ਦਿੰਦਾ। ਪੁਜਾਰੀ ਕਹਿਣ ਲੱਗਾ ਕਰ ਦਿੰਦਾ। ਕਿਹਾ ਭਾਵੇਂ ਉਹਨੇ ਉੱਪਰੋਂ ਹੀ, ਪਰ ਭਗਤ ਧੰਨੇ ਨੇ ਆਪਣਾ ਮਨ ਦੇ ਦਿੱਤਾ ਤੇ ਮਨ ਵਿੱਚ ਧਾਰ ਲਿਆ ਕਿ ਹੁਣ ਮੈਂ ਇਸ ਠਾਕੁਰ ਦੀ ਪ੍ਰਾਪਤੀ ਜ਼ਰੂਰ ਕਰਾਂਗਾ, ਰੱਬ ਦੀ ਪ੍ਰਾਪਤੀ ਜ਼ਰੂਰ ਕਰਾਂਗਾ। ਤੇ ਪਿਆਰਿਓ ਸੱਚ ਹੈ, ਮੇਰੇ ਵਰਗੇ ਚਾਰ ਕੇ ਸ਼ਬਦਾਂ ਦੇ ਨਾਲ ਸੰਗਤ ਨੂੰ ਉਪਦੇਸ਼ ਤਾਂ ਦੇ ਲੈਂਦੇ ਨੇ ਕਿ ਰੱਬ ਸਾਰੇ ਕੰਮ ਕਰਦਾ। ਸੰਗਤ ਜੀ ਰੱਬ ਦਾ ਨਾਮ ਭਵਸਾਗਰ ਤਰਾ ਦਿੰਦਾ। ਸੰਗਤ ਜੀ ਰੱਬ ਭਗਤਾਂ ਦੀ ਲਾਜ ਰੱਖਦਾ। ਪਰ ਜਿਹੜਾ ਰੱਬ ਦਾ ਭਗਤ ਬਣ ਜਾਵੇ ਉਹ ਸੱਚਮੁੱਚ ਰੱਬ ਤੋਂ ਸਾਰੇ ਕੰਮ ਕਰਾ ਲੈਂਦਾ। ਜਿਹੜਾ ਰੱਬ ਦਾ ਭਗਤ ਬਣ ਜਾਵੇ ਰੱਬ ਉਹਦੀ ਲਾਜ ਰੱਖ ਲੈਂਦਾ। ਇਹ ਬਿਦ ਸੁਣ ਕੇ ਜਾ ਟਰੋ ਉਠ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡਭਾਗਾ। ਪ੍ਰੇਮਾ ਭਗਤੀ ਕੀਤੀ ਭਗਤ ਧੰਨਾ ਜੀ ਨੇ ਤੇ ਪਿਆਰਿਓ ਰੱਬ ਨੇ ਵੀ ਫਿਰ ਬਖਸ਼ਿਸ਼ਾਂ ਰਹਿਮਤਾਂ ਵਰਤਾ ਦਿੱਤੀਆਂ। ਪ੍ਰੇਮਾ ਭਗਤੀ ਕੀਤੀ ਭਗਤ ਨਾਮਦੇਵ ਜੀ ਨੇ। ਅਵਰ ਜਤਨ ਕਰ ਰਹੇ ਬਹੁ ਤੇਰੇ, ਕੋਈ ਜਤਨ ਕੰਮ ਨਹੀਂ ਆਉਂਦਾ ਪ੍ਰੇਮਾ ਭਗਤੀ ਤੋਂ ਬਿਨਾ। ਪ੍ਰੇਮਾ ਭਗਤੀ ਕੀਤੀ ਜਦੋਂ ਭਗਤ ਨਾਮਦੇਵ ਜੀ ਨੇ, ਫਿਰ ਐਸੀ ਲਾਜ ਰੱਖੀ, ਫੇਰ ਦਿਆ ਦੇਹਰਾ ਨਾਮੇ ਕੋ ਪੰਡੀਅਨ ਕੋ ਪਿਛਵਾਰ ਲਾ। ਫਿਰ ਰੱਬ ਐਸੀ ਕਲਾ ਵਿਖਾ ਦਿੰਦਾ ਜਿਹੜੀ ਸੰਸਾਰ ਦੇ ਲੋਕ ਸੋਚ ਵੀ ਨਹੀਂ ਸਕਦੇ। ਸੋ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਜ ਦੇ ਮੁਖਵਾਕ ਵਿੱਚ ਇਹੀ ਦੱਸਦੇ, ਭਾਈ ਇਹ ਤਨ ਵੀ ਉਸ ਪਰਮਾਤਮਾ ਦਾ, ਇਹ ਮਨ ਵੀ ਉਸ ਪਰਮਾਤਮਾ ਦਾ, ਧਨ ਵੀ ਉਸ ਪਰਮਾਤਮਾ ਦਾ, ਤੇਰਾ ਤੇ ਇੱਥੇ ਕੁਝ ਵੀ ਨਹੀਂ, ਕੇਵਲ ਤੇ ਕੇਵਲ ਪਰਮਾਤਮਾ ਹੀ ਤੇਰਾ ਆ। ਇਸ ਕਰਕੇ ਮੇਰਾ ਛੱਡ ਕੇ, ਮੈਂ ਮੇਰੀ ਛੱਡ ਕਰਕੇ ਤੂੰ ਹੀ ਦਾ ਜਾਪ ਕਰਿਆ ਕਰ। ਜਿਵੇਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਰਬਲੋ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਅੰਤਰ ਧਿਆਨ ਹੋ ਕਰਕੇ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪ੍ਰਮਾਤਮਾ ਨੂੰ, ਭਾਵੇਂ ਆਪ ਹੀ ਪਰਮੇਸ਼ਰ ਨੇ। ਪਿਆਰਿਓ ਦਸੇ ਪਾਤਸ਼ਾਹੀਆਂ ਦਾ ਇਤਿਹਾਸ ਕੇਵਲ ਸਾਨੂੰ ਜੀਵਨ ਜਾਚ ਸਿਖਾਉਂਦਾ। ਜਿਵੇਂ ਕਲਗੀਧਰ ਜੀ ਨੇ ਕਦੇ ਜਮਨਾ ਦੇ ਕਿਨਾਰੇ ਬੈਠ ਕਰਕੇ ਕਿਹਾ ਨਾ, ਪਾਤਸ਼ਾਹ ਨੇ ਪ੍ਰਮਾਤਮਾ ਨੂੰ, ਤੂੰ ਹੀ ਮਮ ਪ੍ਰਾਨ, ਤੂੰ ਹੀ ਤੂੰ ਕਿਰਪਾ ਨਿਧਾਨ, ਤੂੰ ਹੀ ਤੂੰ ਦਿਆਲ, ਤੂੰ ਹੀ ਤੂੰ ਪ੍ਰਤਪਾਲ। ਕਿਤੇ ਇਸ ਤਰ੍ਹਾਂ ਆਪਾਂ ਵੀ ਗੁਰੂ ਗ੍ਰੰਥ ਸਾਹਿਬ ਨੂੰ ਕਹੀਏ, ਪਾਤਸ਼ਾਹ ਤੁਸੀਂ ਸਾਡੇ ਪ੍ਰਾਨਾਂ ਦੇ ਪ੍ਰਾਨ ਹੋ। ਜਿਸ ਦਿਨ ਅਸੀਂ ਜਪਜੀ ਸਾਹਿਬ ਨਹੀਂ ਕਰਦੇ ਤੇ ਸੱਚਮੁੱਚ ਜੀਵਨ ਜੀਆ ਹੀ ਨਹੀਂ ਜਾਂਦਾ। ਜਿਸ ਦਿਨ ਜਾਪ ਸਾਹਿਬ ਵਿੱਚ ਹਾਜ਼ਰੀ ਨਹੀਂ ਲਵਾਉਂਦੇ ਤੇ ਅੰਨ ਵੀ ਨਹੀਂ ਪਾਉਂਦਾ। ਮਿਲ ਮੇਰੇ ਪ੍ਰੀਤਮਾ ਜੀਓ ਤੁਧ ਬਿਨ ਖਰੀ ਨਮਾਣੀ, ਮੈਂ ਨੈਣੀ ਨੀਂਦ ਨਾ ਆਵੇ ਜੀਓ, ਭਾਵੇਂ ਅੰਨ ਨਾ ਪਾਣੀ। ਕਿਤੇ ਸੱਚਮੁੱਚ ਸਾਡੀ ਰੂਹ ਇਸ ਗੱਲ ਨੂੰ ਕਬੂਲ ਲਵੇ ਕਿ ਜੇ ਜਪਜੀ ਸਾਹਿਬ ਨਹੀਂ ਕੀਤਾ, ਜਾਪ ਸਾਹਿਬ ਨਹੀਂ ਕੀਤਾ, ਤੋ ਪ੍ਰਸਾਦ ਸਵਈਏ ਕਬਿਓ ਬਾਚ ਬੇਨਤੀ। ਚੌਪਈ ਸਾਹਿਬ ਆਨੰਦ ਸਾਹਿਬ ਵਿੱਚ ਹਾਜ਼ਰੀ ਨਹੀਂ ਲਵਾਈ ਤੇ ਸੱਚ ਹੈ
ਜੀਵਨ ਜੀਣ ਦਾ ਆਨੰਦ ਨਹੀਂ ਆ ਰਿਹਾ। ਆਖਾਂ ਜੀਵਾਂ ਵਿਸਰੈ ਮਰ ਜਾਓ। ਜਿੱਦਣ ਨਿਤਨੇਮ ਨਹੀਂ ਹੁੰਦਾ ਤੇ ਕੁਝ ਗਵਾਚਾ ਲੱਗਦਾ। ਜਿੱਦਣ ਨਿਤਨੇਮ ਨਹੀਂ ਹੁੰਦਾ ਉਸ ਦਿਨ ਅੰਦਰ ਦਾ ਵਾਤਾਵਰਨ ਅਸ਼ੁੱਧ ਹੋ ਜਾਂਦਾ, ਖਰਾਬ ਹੋ ਜਾਂਦਾ। ਜਿੱਦਣ ਵਾਹਿਗੁਰੂ ਗੁਰਮੰਤਰ ਦਾ ਅਭਿਆਸ ਨਹੀਂ ਕਰਦਾ ਉਸ ਦਿਨ ਪਰਿਵਾਰ ਵਿੱਚ, ਘਰ ਵਿੱਚ ਰਹਿ ਕੇ ਸੁੱਖ ਨਹੀਂ ਮਿਲਦਾ। ਖਾਲਸਾ ਜੀ, ਪਰਿਵਾਰ ਵਿੱਚ ਰਹਿ ਕੇ, ਬੱਚਿਆਂ ਦੇ ਨਾਲ, ਘਰ ਵਿੱਚ ਰਹਿ ਕੇ ਵਾਹਿਗੁਰੂ ਗੁਰਮੰਤਰ ਦਾ ਅਭਿਆਸ ਕਰਕੇ ਤਾਂ ਵੇਖੀਏ, ਮੂਲ ਮੰਤਰ ਦਾ ਅਭਿਆਸ ਕਰਕੇ ਤਾਂ ਵੇਖੀਏ। ਠੰਡੇ ਬੁਰਜ ਦੇ ਆਪਾਂ ਦਰਸ਼ਨ ਕਰਦੇ ਹਾਂ। ਸੱਚ ਹੈ ਕਿਤੇ ਉਸ ਪਾਵਨ ਅਸਥਾਨ ਦੇ ਉੱਪਰ ਬੈਠ ਕਰਕੇ ਪਰਿਵਾਰ ਦੇ ਨਾਲ, ਬੱਚਿਆਂ ਦੇ ਨਾਲ ਬੈਠ ਕੇ ਸਾਹਿਬਜ਼ਾਦਿਆਂ ਦੇ ਚਰਨਾਂ ਦਾ ਧਿਆਨ ਟਿਕਾ ਕਰਕੇ ਕਿਤੇ ਇੱਕ ਵਾਰ ਆਵਾਜ਼ ਲਗਾ ਕੇ ਤਾਂ ਵੇਖੀਏ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਆਵਾਜ਼ ਲਾਈਏ ਤਾਂ ਸਹੀ ਤੇ ਜਵਾਬ ਵੀ ਜ਼ਰੂਰ ਮਿਲੇਗਾ। ਸਾਹਿਬਜ਼ਾਦੇ ਜਵਾਬ ਵੀ ਦੇਣਗੇ, ਪਰ ਕਿਤੇ ਆਵਾਜ਼ ਲਾਉਣ ਦੀ ਜਾਚ ਹਾਤਾ ਜਾਵੇ। ਅੱਜ ਆਪਾਂ ਕਈ ਵਾਰ ਵੇਖਦੇ ਹਾਂ ਨਾ, ਸੰਸਾਰ ਵਿੱਚ ਜ਼ਿਆਦਾਤਰ ਮਾਤਾ ਪਿਤਾ ਦੇ ਸ਼ਬਦ ਹੁੰਦੇ, ਬੱਚੇ ਕਹਿਣਾ ਨਹੀਂ ਮੰਨਦੇ ਜੀ, ਬੱਚੇ ਆਖੇ ਨਹੀਂ ਲੱਗਦੇ। ਮੈਂ ਬੇਨਤੀ ਕਰਾਂ, ਮਾਤਾ ਪਿਤਾ ਗੁਰੂ ਨਾਨਕ ਦਾ ਕਹਿਣਾ ਮੰਨਣ, ਬੱਚੇ ਤੁਹਾਡਾ ਕਹਿਣਾ ਮੰਨਣਗੇ। ਜਿੱਦਣ ਘਰ ਦੇ ਵੱਡੇ ਬਜ਼ੁਰਗ ਗੁਰੂ ਨਾਨਕ ਸਾਹਿਬ ਦਾ, ਕਲਗੀਧਰ ਜੀ ਦਾ ਕਹਿਣਾ ਮੰਨਣਗੇ, ਕਲਗੀਧਰ ਪਾਤਸ਼ਾਹ ਦੀ ਰਹਿਤ ਕਮਾਉਣਗੇ। ਪਿਆਰਿਓ, ਇਹ ਗੁਰੂ ਨਾਨਕ ਸਾਹਿਬ ਦੀ, ਕਲਗੀਧਰ ਪਾਤਸ਼ਾਹ ਦੀ ਰਹਿਤ ਦੇ ਵਿੱਚ ਤੇ ਇਹ ਕਲਾ ਏ ਕਿ ਜੇ ਗੁਰੂ ਕਾ ਸਿੱਖ ਕਿਸੇ ਪ੍ਰਦੇਸ਼ ਵਿੱਚ ਵੀ ਇਕੱਲਾ ਸਿੱਖ ਹੋਵੇ ਤੇ ਉਹਦਾ ਜੀਵਨ ਐਸਾ ਉੱਚਾ ਸੁੱਚਾ ਹੋਵੇ ਕਿ ਉਹਦੇ ਜੀਵਨ ਨੂੰ ਵੇਖ ਕਰਕੇ ਪੂਰੇ ਦਾ ਪੂਰਾ ਦੇਸ਼ ਹੀ ਬਦਲ ਜਾਵੇ। ਸੱਚ ਹੈ। ਭਾਈ ਵੀਰ ਸਿੰਘ ਜੀ ਕਹਿੰਦੇ, ਜੇ ਸਿੱਖ ਨੂੰ ਵੇਖ ਕੇ ਗੁਰੂ ਚੇਤੇ ਨਹੀਂ ਆ ਰਿਹਾ, ਸਮਝ ਲਓ ਫਿਰ ਹਜੇ ਸਿੱਖ ਬਣਿਆ ਨਹੀਂ। ਕਿਉਂਕਿ ਜਿਹੜਾ ਤੇ ਹੋਵੇਗਾ ਗੁਰੂ ਕਾ ਸਿੱਖ, ਉਸ ਸਿੱਖ ਦੇ ਵਿੱਚੋਂ ਗੁਰੂ ਦੇ ਦੀਦਾਰੇ ਜ਼ਰੂਰ ਹੋਣਗੇ। ਭਾਈ ਜੋਧ ਗੁਰੂ ਕਾ ਸਿੱਖ ਸੀ, ਬਾਣੀ ਪੜ੍ਹਦਾ ਸੀ, ਤੇ ਉਸ ਗੁਰੂ ਕੇ ਸਿੱਖ ਦੇ ਦੀਦਾਰੇ ਕਿਤਿਆਂ ਭਾਈ ਲਹਿਣੇ ਨੂੰ ਗੁਰੂ ਨਾਨਕ ਸਾਹਿਬ ਦੇ ਦੀਦਾਰੇ ਹੋਏ। ਤਾਂ ਹੀ ਭਾਈ ਲਹਿਣਾ ਜੀ ਆਪ ਚੱਲ ਕੇ ਦਰਸ਼ਨ ਕਰਨ ਗਏ। ਗੁਰੂ ਕੇ ਸਿੱਖ ਦੇ ਜੀਵਨ ਵਿੱਚ ਇੱਕ ਕਲਾ ਹੋਵੇ। ਸੋ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ, ਹੋਰ ਜਿਤਨੇ ਵੀ ਯਤਨ ਕਰ ਲਈਏ ਕਦੇ ਨਹੀਂ ਮੰਨੀ ਜਾਂਦੀ, ਪੂਰੀ ਨਹੀਂ ਪੈਂਦੀ, ਕੀਮਤ ਨਹੀਂ ਪੈਂਦੀ। ਅੱਗੇ ਵਿਸ਼ਰਾਮ ਦਿੰਦੇ ਹੋਏ ਉਪਦੇਸ਼ ਕਰਦੇ ਨੇ, ਰਹਾਉ ਅੰਮ੍ਰਿਤ ਨਾਮ ਨਿਰਮੋਲਕ ਹੀਰਾ, ਗੁਰ ਦੀਨੋ ਮੰਤਾਨੀ। ਹੁਣ ਸਵਾਲ ਇਹ ਹੈ ਕਿ ਪਰਮਾਤਮਾ ਦੇ ਦਰ ਤੇ ਕਦੋਂ ਸੁਣੀ ਜਾਂਦੀ ਆ? ਪਰਮਾਤਮਾ ਦੇ ਦਰ ਦੇ ਉੱਤੇ ਕਦੋਂ ਪੂਰੀ ਪੈ ਜਾਂਦੀ ਆ? ਕਦੋਂ ਪਰਮਾਤਮਾ ਦੇ ਦਰੋਂ ਘਰੋਂ ਰਹਿਮਤਾਂ ਬਖਸ਼ਿਸ਼ਾਂ ਮਿਲ ਜਾਂਦੀਆਂ? ਸਤਿਗੁਰੂ ਕਹਿੰਦੇ, ਜੋ ਗੁਰੂ ਨੇ ਕਿਰਪਾ ਕਰਕੇ ਅੰਮ੍ਰਿਤ ਨਾਮ ਨਿਰਮੋਲਕ ਹੀਰਾ, ਗੁਰ ਦੀਨੋ ਮੰਤਾਨੀ, ਗੁਰੂ ਸਾਹਿਬ ਨੇ ਕਿਰਪਾ ਕਰਕੇ ਜੋ ਗੁਰਮੰਤਰ ਨਾਮ ਰੂਪੀ ਅੰਮ੍ਰਿਤ ਝੋਲੀ ਵਿੱਚ ਪਾਇਆ, ਜਿਸ ਦਿਨ ਇਹ ਹਿਰਦੇ ਵਿੱਚ ਵਸ ਜਾਵੇ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਾਕ ਬੋਲ ਨੇ ਕਿ ਗੁਰੂ ਕਿਆ ਸਿੱਖਾ, ਜਿਸ ਦਿਨ ਵਾਹਿਗੁਰੂ ਗੁਰਮੰਤਰ ਰਸਨਾ ਤੇ ਆਉਂਦਾ ਨਾ, ਇਹ ਨਾ ਸਮਝੀ ਕਿ ਪੰਜਾਬੀ ਭਾਸ਼ਾ ਦੇ, ਗੁਰਮੁਖੀ ਭਾਸ਼ਾ ਦੇ 4-5 ਸ਼ਬਦ ਜੋੜ ਕੇ ਵਾਹਿਗੁਰੂ ਸ਼ਬਦ ਬਣ ਗਿਆ। ਵਾਵਾ ਕੰਨਾ ਹਾਹੇ ਸਿਹਾਰੀ, ਗੱਗੇ ਔਂਕੜ ਰਾਰੇ ਦੁਲੰਕੜ ਜੋੜ ਕਰਕੇ ਵਾਹਿਗੁਰੂ ਬਣ ਗਿਆ। ਏਡਾ ਘੱਟ ਕੀਮਤ ਵਾਲਾ ਨਹੀਂ। ਸਤਿਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ, ਕਲਪ ਕਲਪ ਪ੍ਰਤ ਅਕਸ਼ਰ ਕਹੀ, ਸ਼੍ਰੀ ਗੁਰੂ ਨਾਨਕ ਜਪਿਓ ਸਹੀ, ਸਾ ਮੰਤਰ ਪ੍ਰਭ ਖਾਲਸੇ ਦੀਨਾ, ਵਾਹਿਗੁਰੂ ਵਾਹਿਗੁਰੂ ਪਦ ਪਾਵਨ ਕੀਨਾ। ਇਸ ਗੁਰਮੰਤਰ ਨੂੰ ਧੰਨ ਗੁਰੂ ਨਾਨਕ ਸਾਹਿਬ ਨੇ ਰਸਨਾ ਤੇ ਟਿਕਾਇਆ। ਇਸ ਗੁਰਮੰਤਰ ਦਾ ਅਭਿਆਸ ਕੀਤਾ, ਜਪ ਕੀਤਾ, ਤਪ ਕੀਤਾ। ਰੇਤ ਅਕ ਆਹਾਰ ਕਰ, ਰੋੜਾਂ ਦੀ ਗੁਰ ਕਰੀ ਵਛਾਈ, ਭਾਰੀ ਕਰੀ ਤਪੱਸਿਆ, ਵੱਡੇ ਭਾਗ ਹਰ ਸਿਉ ਬਣ ਆਈ, ਬਾਬਾ ਪੈਂਦਾ ਸੱਚ ਖੰਡ, ਨੌ ਨਿਧ ਨਾਮ ਗਰੀਬੀ ਪਾਈ। ਬਾਬੇ ਨਾਨਕ ਨੇ ਰਸਨਾ ਤੇ ਟਿਕਾਇਆ। ਸਤਿਗੁਰੂ ਕਹਿੰਦੇ, ਉਹ ਵਾਹਿਗੁਰੂ ਗੁਰਮੰਤਰ, ਸਾ ਮੰਤਰ ਪ੍ਰਭ ਖਾਲਸੇ ਦੀਨਾ, ਵਾਹਿਗੁਰੂ ਪਦ ਪਾਵਨ ਕੀਨਾ। ਉਹ ਵਾਹਿਗੁਰੂ ਗੁਰਮੰਤਰ ਖਾਲਸੇ ਦੀ ਝੋਲੀ ਵਿੱਚ ਪਾਇਆ। ਪਰ ਇਹ ਪਿਆਰਿਓ ਮਨ ਦੇ ਵਿੱਚ ਤਾਂ ਟਿਕਦਾ
ਹਿਰਦੇ ਵਿੱਚ ਵਾਹਿਗੁਰੂ ਗੁਰੂ ਮੰਤਰ ਤਾਂ ਟਿਕਦਾ ਜਦੋਂ ਬਾਬਾ ਪਹਿੰਦਾ ਸੱਚਖੰਡ ਨੌ ਨਿਧ ਨਾਮ ਗਰੀਬੀ ਪਾਈ। ਜਦੋਂ ਹਿਰਦੇ ਦੀ ਗਰੀਬੀ ਆ ਜਾਵੇ, ਗਰੀਬੀ ਗਦਾ ਹਮਾਰੀ, ਅੰਦਰ ਦੀ ਨਿਮਰਤਾ ਆ ਜਾਵੇ, ਗਰੀਬੀ ਆ ਜਾਵੇ, ਨਿਮਾਣਾਪਣ ਆ ਜਾਵੇ, ਨੀਵੇਂ ਹੋ ਕੇ ਚੱਲਣ ਦੀ ਜਾਚ ਆ ਜਾਵੇ, ਨਿਵੇਂ ਸੋ ਗੌਰਾ ਹੋਏ। ਸਤਿਗੁਰੂ ਕਹਿੰਦੇ ਅੰਮ੍ਰਿਤ ਨਾਮ ਨਿਰਮੋਲਕ ਹੀਰਾ। ਇਹ ਐਸਾ ਹੀਰਾ ਆ ਜਿਹੜਾ ਕੇਵਲ ਰੱਬ ਦੇ ਪਿਆਰਿਆਂ ਨੂੰ ਮਿਲਦਾ। ਗੁਰੂ ਨੇ ਕਿਰਪਾ ਕਰਕੇ ਇਹ ਮੰਤਰ ਬਖਸ਼ ਦਿੱਤਾ। ਤੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਡਿਗੈ ਨਾ ਡੋਲੈ ਦ੍ਰਿੜ ਕਰ ਰਹਿਓ, ਪੂਰਨ ਹੋਏ ਤ੍ਰਿਪਤਾਨੀ। ਕਹਿੰਦੇ ਉਹ ਕਦੇ ਡਿੱਗਦਾ ਨਹੀਂ ਸੰਸਾਰ ਦੇ ਵਿੱਚ, ਡੋਲਦਾ ਨਹੀਂ ਉਹਦਾ ਮਨ, ਜਿਹੜਾ ਹਿਰਦੇ ਦੇ ਵਿੱਚ ਨਾਮ ਨੂੰ ਦ੍ਰਿੜ ਕਰ ਲਵੇ, ਆਪਣੇ ਅੰਦਰ ਨਾਮ ਨੂੰ ਧਾਰ ਲਵੇ, ਉਹਦੇ ਮਨ ਦੀਆਂ ਇੱਛਾਵਾਂ ਪੂਰੀਆਂ ਹੋ ਜਾਂਦੀਆਂ। ਉਹ ਰੋਜ਼ਾਨਾ ਅੰਮ੍ਰਿਤ ਵੇਲੇ ਚੌਂਕੜਾ ਲਾ ਕਰਕੇ ਕਿਤੇ ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਆਵਾਜ਼ਾਂ ਲਾਵੇ, ਸਤ ਸਾਚ ਸ਼੍ਰੀ ਨਿਵਾਸ ਆਦ ਪੁਰਖ ਸਦਾ ਤੁਹੀਂ, ਵਾਹਿਗੁਰੂ 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 ਵਾਹਿ ਜੀਓ। ਕਿਤੇ ਵਾਹਿਗੁਰੂ ਪਰਮਾਤਮਾ ਨੂੰ ਪੁਕਾਰਾਂ ਲਾਵੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਉਹ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਸਦਕਾ, ਪਰਮਾਤਮਾ ਦੀ ਰਹਿਮਤ ਸਦਕਾ ਕਦੇ ਉਹ ਡਿੱਗਦਾ ਨਹੀਂ, ਡੋਲਦਾ ਨਹੀਂ। ਕਿਉਂਕਿ ਨਾਮ ਦੇ ਵਿੱਚ ਇੱਕ ਕਲਾ ਹੈ, ਜਿਉ ਮੰਦਰ ਕੋ ਥਾਮੈ ਥੰਮਣ, ਤਿਉ ਗੁਰ ਕਾ ਸ਼ਬਦ ਮਨਹਿ ਅਸਥੰਮਨ। ਜਿਵੇਂ ਮੰਦਰ ਦੀ ਕੰਧ ਨੂੰ, ਖਾਲਸਾ ਜੀ ਮੰਦਰ ਦੀ ਛੱਤ ਨੂੰ ਥੰਬ ਆਸਰਾ ਦਿੰਦੇ, ਸੱਚ ਹੈ ਸਾਡੇ ਡੋਲੇ ਹੋਏ ਮਨ ਨੂੰ, ਡੋਲਦੇ ਹੋਏ ਮਨ ਨੂੰ ਵਾਹਿਗੁਰੂ ਗੁਰਮੰਤਰ ਵੀ ਥੰਮ ਦੀ ਤਰ੍ਹਾਂ ਆਸਰਾ ਦੇ ਦਿੰਦਾ। ਤੇ ਥੰਮ ਤੇ ਸ਼ਾਇਦ ਟੁੱਟ ਸਕਦੇ ਨੇ, ਢੇਰੀ ਹੋ ਸਕਦੇ, ਪਰ ਜਿਨੇ ਵਾਹਿਗੁਰੂ ਗੁਰਮੰਤਰ ਦਾ ਲੜ ਪਕੜ ਲਿਆ, ਇਹ ਆਸਰਾ ਕਦੇ ਢੇਰੀ ਨਹੀਂ ਹੁੰਦਾ। ਨਮਸਤਵੰ ਅਕਾਲੇ ਨਮਸਤਵੰ ਕਿਰਪਾਲੇ। ਇਹ ਤੇ ਕਿਰਪਾਲੂ ਦਿਆਲੂ ਹੈ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਜਿਹਦੇ ਹਿਰਦੇ ਵਿੱਚ ਨਾਮ ਵਸ ਜਾਵੇ, ਓਏ ਜੋ ਬੀਚ ਹਮ ਤੁਮ ਕਛ ਹੋਤੇ, ਤਿੰਨ ਕੀ ਬਾਤ ਬਿਲਾਨੀ। ਫਿਰ ਕਹਿੰਦੇ ਜਿਹੜੇ ਰੱਬ ਤੋਂ ਤੇ ਇਨਸਾਨ ਤੋਂ ਪਰਮਾਤਮਾ ਤੇ ਜੀਵ ਆਤਮਾ ਦੇ ਵਿੱਚ ਜਿਹੜਾ ਵਿਥ ਦਾ ਕਾਰਨ ਹੈ, ਵਿਸ਼ੇ ਵਕਾਰ, ਜੋ ਕਾਰਨ ਬਣ ਗਏ ਦੂਰੀ ਦਾ, ਵਿਥ ਦਾ, ਸਤਿਗੁਰੂ ਕਹਿੰਦੇ ਜਦੋਂ ਨਾਮ ਹਿਰਦੇ ਦੇ ਵਿੱਚ ਵਸ ਜਾਵੇ, ਕਹਿੰਦੇ ਇਹ ਫਿਰ ਢਹਿ ਢੇਰੀ ਹੋ ਜਾਂਦੇ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਇਲਾਹੀ ਬਾਣੀ ਵਿੱਚ ਪ੍ਰਤਾਪ ਹੈ, ਜਿਹੜਾ ਬਾਣੀ ਦਾ ਅਭਿਆਸ ਕਰ ਲਵੇ ਉਹਦੇ ਨੇਤਰ ਫਿਰ ਮਾੜਾ ਤੱਕਣਾ ਬੰਦ ਕਰ ਦਿੰਦੇ। ਪਰ ਤੇਰੇ ਰੂਪ ਨਾ ਪੇਖੈ ਨੇਤਰ, ਸਾਧ ਕੀ ਟਹਿਲ ਸੰਤ ਸੰਘੇਤ, ਕੰਨ ਨਿੰਦਿਆ ਨਹੀਂ ਸੁਣਦੇ, ਕਰਨ ਨਾ ਸੁਨੈ, ਕਾਹੂ ਕੀ ਨਿੰਦਾ, ਰਸਨਾ ਨਿੰਦਿਆ ਕਰਦੀ ਨਹੀਂ, ਸਭ ਤੇ ਜਾਣੈ ਆਪਸ ਕੋ ਮੰਦਾ। ਉਹ ਤੇ ਆਪਣੇ ਆਪ ਨੂੰ ਸਭ ਤੋਂ ਨੀਵਾਂ ਸਮਝਦੇ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਜਦੋਂ ਨਾਮ ਹਿਰਦੇ ਵਿੱਚ ਵਸ ਜਾਵੇ ਨਾ, ਅਲੰਕਾਰ ਮਿਲ ਥੈਲੀ ਹੋਈ ਹੈ, ਤਾਂ ਤੇ ਕਨਕ ਵਖਾਨੀ। ਅਲੰਕਾਰ ਤੋਂ ਭਾਵ ਸੋਨੇ ਦੇ ਗਹਿਣੇ। ਕਹਿੰਦੇ ਬਹੁਤ ਸਾਰੇ ਸੋਨੇ ਦੇ ਗਹਿਣੇ ਹੋਣ ਤੇ ਕਹਿੰਦੇ ਉਹਨਾਂ ਨੂੰ ਪਿਘਲਾ ਕੇ ਇਕੱਠਾ ਕਰ ਦਿੱਤਾ ਜਾਵੇ ਨਾ, ਰੈਣੀ ਬਣਾ ਲਿੱਤੀ ਜਾਵੇ, ਤੇ ਕੋਈ ਵੀ ਫਿਰ ਵੱਖੋ ਵੱਖਰੇ ਗਹਿਣਿਆਂ ਨੂੰ ਨਹੀਂ ਵੇਖਦਾ। ਉਹ ਇਹੀ ਗੱਲ ਕਹਿੰਦਾ ਇਹ ਸਾਰਾ ਸੋਨਾ ਹੀ ਆ। ਕਹਿੰਦੇ ਬਸ ਜਦੋਂ ਹਿਰਦੇ ਵਿੱਚ ਨਾਮ ਵਸ ਜਾਵੇ, ਸੱਚਮੁੱਚ ਪਿਆਰਾ ਵਸ ਜਾਵੇ, ਫਿਰ ਸਮਝ ਆ ਜਾਂਦੀ ਇਹ ਨੇਤਰੋ ਮੇਰੇ ਹੋ, ਹਰ ਤੁਮ ਮਹਿ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ। ਪਰਮਾਤਮਾ ਤੋਂ ਬਿਨਾ ਫਿਰ ਇਹ ਕਿਸੇ ਨੂੰ ਤੱਕਦਾ ਨਹੀਂ। ਕਣ ਕਣ ਵਿੱਚੋਂ ਰੱਬ ਨਜ਼ਰ ਆਉਂਦਾ। ਜ਼ਮੀ ਜ਼ਮਾਨ ਕੇ ਵਿਖੇ ਸਮਸਤ ਏਕ ਜੋਤ ਹੈ, ਨਾ ਘਾਟ ਹੈ ਨਾ ਬਾੜ ਹੈ, ਨਾ ਘਾਟ ਬਾੜ ਹੋਤ ਹੈ। ਫਿਰ ਪਰਮਾਤਮਾ ਨਜ਼ਰ ਆਉਂਦਾ। ਬੰਗ ਕੇ ਬੰਗਾਲੀ ਫਿਰ ਹੰਗ ਕੇ ਫਿਰੰਗਾ ਵਾਲੀ, ਦਿੱਲੀ ਕੇ ਦਿਲਵਾਲੀ ਤੇਰੀ ਆਗਿਆ ਮੇਂ ਚਲਤ ਹੈ। ਇਨਸਾਨ ਦਾ ਬੰਦਾ ਕਹਿੰਦਾ ਮੇਰੇ ਧਰਮ ਦੇ ਪੈਰੋਕਾਰਾਂ ਵਿੱਚ ਰੱਬ ਵਸਦਾ, ਮੇਰੇ ਧੜੇ ਦੇ ਵਿੱਚ, ਮੇਰੇ ਫਿਰਕੇ ਦੇ ਵਿੱਚ, ਮੇਰੇ ਇਲਾਕੇ ਦੇ ਲੋਕਾਂ ਵਿੱਚ ਰੱਬ ਵਸਦਾ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਰੱਬ ਦੀ ਖੇਡ ਛੋਟੀ ਨਹੀਂ, ਵਿਸ਼ਾਲ ਹੈ। ਮਹਾਰਾਜ ਨੇ ਵੱਖ-ਵੱਖ ਇਲਾਕਿਆਂ ਦੇ ਦੇਸ਼ਾਂ ਦੇ ਨਾਮ ਲਏ। ਕਹਿੰਦੇ ਬੰਗ ਕੇ ਬੰਗਾਲੀ, ਬੰਗਾਲੀ ਲੋਕਾਂ ਵਿੱਚ ਵੀ ਰੱਬ ਵਸਦਾ। ਫਿਰੰਗ ਕੇ ਫਿਰੰਗਾ ਵਾਲੀ, ਫਿਰੰਗੀ ਲੋਕਾਂ ਵਿੱਚ ਰੱਬ ਵਸਦਾ। ਤੇ ਦਿੱਲੀ ਦੇ ਵਿੱਚ ਰਹਿਣ ਵਾਲੇ ਖੁੱਲੇ ਦਿਲ ਵਾਲੇ ਲੋਕਾਂ 'ਚ ਵੀ ਰੱਬ ਵਸਦਾ। ਰੋਹ ਕੇ ਰੁਹੇਲੇ ਮਾਗ, ਦੇਸ਼ ਕੇ ਮਗੇਲੇ ਵੀਰ,
बंगसी बुंदेले पाप पुंज को चलत है। गोखा गुण गावे चीन, चीनियां विच रब वसदा। तिब्बत विच रहण वाले तिब्बती लोकां विच भी रब वसदा। गोखा गुण गावे चीन, मचीन के सीस न्यावे। तिब्बती ध्याए दोख देह को दलत है। ते एह गुरु क्यों सिखो, जिन्नै तो हे ध्यायो तिन्नै पूरन प्रताप पायो। ਸਰਬ ਧਨ ਧਾਮ ਫਲ ਫੂਲ ਸੋ ਫਲਤ ਹੈ। ਜਿਨੇ ਪਰਮਾਤਮਾ ਨੂੰ ਧਿਆਲਿਆ ਕਹਿੰਦੇ ਸਾਰੀਆਂ ਇਛਾਵਾਂ ਪੂਰੀਆਂ ਹੋ ਗਈਆਂ। ਅਨੰਦ ਭਇਆ ਸੁਖ ਪਾਇਆ ਮਿਲ ਗੁਰੂ ਗੋਵਿੰਦਾ। ਸਭੇ ਕਾਜ ਸਵਾਰਿਆ ਜਾ ਤੁਧ ਪਾਵੰਦਾ। ਪਰਮਾਤਮਾ ਤੋਂ ਬਿਨਾ ਫਿਰ ਵੈਰ ਵਿਰੋਧ ਮਿਟ ਜਾਂਦੇ, ਕੁਝ ਹੋਰ ਨਜ਼ਰ ਨਹੀਂ ਆਉਂਦਾ ਪਰਮਾਤਮਾ ਤੋਂ ਬਿਨਾ ਜੇ ਨਾਮ ਵਸ ਜਾਵੇ। ਈਰਖਾ ਦੂਰ ਹੋ ਜਾਂਦੀ। ਭਾਈ ਕਨ੍ਹਈਆ ਜੀ ਨੇ ਵੀ ਇਹੀ ਕਲਗੀਧਰ ਜੀ ਨੂੰ ਕਿਹਾ ਨਾ, ਪਾਤਸ਼ਾਹ ਜਦੋਂ ਦੇ ਤੁਸੀਂ ਹਿਰਦੇ ਵਿੱਚ ਵਸ ਗਏ, ਗੈਰ ਡੇਰਾ ਚੁੱਕ ਗਏ, ਦੂਜਾ ਨਹੀਂ ਕੋਈ ਜਾਪਦਾ। ਫਿਰ ਗੈਰ ਤੇ ਡੇਰਾ ਚੁੱਕ ਗਏ। ਈਰਖਾ ਨੇ ਡੇਰਾ ਚੁੱਕ ਲਿਆ, ਵੈਰ ਭਾਵਨਾ ਨੇ ਡੇਰਾ ਚੁੱਕ ਲਿਆ, ਦ્વੈਸ਼ ਨੇ ਡੇਰਾ ਚੁੱਕ ਲਿਆ। ਹੁਣ ਤੇ ਇਹ ਕਲਗੀਧਰ ਪਾਤਸ਼ਾਹ ਮੈਂ ਨੀਝ ਲਾ ਕੇ ਵੇਖ ਲਿਆ, ਹਰ ਥਾਂ ਤੇਰੀ ਤਸਵੀਰ ਹੈ। ਹੁਣ ਤੇ ਮੈਨੂੰ ਹਰ ਥਾਂ ਤੂੰ ਨਜ਼ਰ ਆਉਂਦਾ। ਸਤਿਗੁਰੂ ਕਹਿੰਦੇ ਬਸ ਇਹ ਅਵਸਥਾ ਹੋ ਜਾਂਦੀ। ਪ੍ਰਗਟਿਓ ਜੋਤ ਸਹਿਜ ਸੁਖ ਸੋਭਾ, ਬਾਜੇ ਅਨਹਤ ਬਾਣੀ। ਜਦੋਂ ਕਹਿੰਦੇ ਅੰਦਰ ਅਨਹਤ ਬਾਣੀ ਦੇ ਵਾਜੇ ਵੱਜਣ ਲੱਗ ਪੈਣ, ਕਹਿੰਦੇ ਫਿਰ ਸਹਿਜ ਅਵਸਥਾ ਨੂੰ ਪ੍ਰਾਪਤ ਹੋ ਕਰਕੇ ਪਰਮਾਤਮਾ ਦੀ ਜੋਤ ਪ੍ਰਗਟ ਹੋ ਜਾਂਦੀ। ਕਹੋ ਨਾਨਕ ਨਹਿ ਚੱਲ ਘਰ ਬਾਂਧਿਓ, ਗੁਰ ਕੀਓ ਬੰਧਾਨੀ। ਫਿਰ ਕਹਿੰਦੇ ਨਿਜ ਘਰ ਦੀ ਪਹਿਚਾਣ ਹੋ ਜਾਂਦੀ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਦਾ ਸਦਕਾ ਜਦੋਂ ਹਿਰਦੇ ਦੇ ਵਿੱਚੋਂ ਨਿਰੰਕਾਰ ਨੂੰ ਤੱਕਣ ਦੀ ਜਾਗ ਲੱਗ ਜਾਵੇ, ਫਿਰ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਰਹਿਮਤ ਦਾ ਸਦਕਾ ਨਿਹਚਲ ਘਰ ਦੇ ਵਿੱਚ, ਨਿਜ ਘਰ ਦੇ ਵਿੱਚ ਵਾਸਾ ਹੋ ਜਾਂਦਾ। ਪਰ ਤਾਂ ਪ੍ਰਾਪਤ ਹੁੰਦਾ ਜਦੋਂ ਅੰਤਰ ਗੁਰ ਆਰਾਧਨਾ, ਜਿਹਵਾ ਜਪ ਗੁਰ ਨਾਉ। ਨੇਤਰੀ ਸਤਿਗੁਰ ਪੇਖਣਾ, ਸ਼ਰਵਣੀ ਸੁਨਣਾ ਗੁਰ ਨਾਉ। ਸੋ ਧੰਨ ਗੁਰੂ ਅਰਜਨ ਦੇਵ ਮਹਾਰਾਜ ਅੱਜ ਦੇ ਮੁਖਵਾਕ ਵਿੱਚ ਸਮਝਾਉਂਦੇ ਨੇ, ਭਾਈ ਉਹ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦਾ ਦਿੱਤਾ ਹੀ ਸਭ ਕੁਝ ਹੈ। ਪਰਮਾਤਮਾ ਦੀ ਬਖਸ਼ਿਸ਼ ਦਾ ਸਦਕਾ ਹੀ ਸੰਸਾਰ ਦੇ ਉੱਤੇ ਹਰ ਇੱਕ ਦੀ ਅਰਦਾਸ ਪੂਰੀ ਹੋ ਰਹੀ ਹੈ। ਉਹਦੇ ਨਾਮ ਨਾਲ ਜੁੜੀਏ। ਸੋ ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਬੋਲਦਿਆਂ ਅਨੇਕਾਂ ਭੁੱਲਾਂ ਹੋਈਆਂ, ਆਪ ਜੀ ਨੇ ਬਖਸ਼ ਦੇਣਾ। ਕੱਲ ਨੂੰ ਵੀ ਇਸੇ ਤਰ੍ਹਾਂ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜੀ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਰਪਾ ਕਰਕੇ ਆਪ ਸਭ ਸੰਗਤਾਂ ਦੇ ਦਰਸ਼ਨ ਕਰਾਉਣ। ਆਓ ਅਖੀਰਲੀਆਂ ਪੰਕਤੀਆਂ ਸਰਵਣ ਕਰਕੇ ਖਿਮਾ ਦੇ ਜਾਚਕ ਹੋਈਏ ਜੀ। ਪ੍ਰਗਟਿਓ ਜੋਤ ਸਹਿਜ ਸੁਖ ਸੋਭਾ, ਬਾਜੇ ਅਨਹਤ ਬਾਨੀ। ਕਹੋ ਨਾਨਕ ਨਹਿ ਚੱਲ ਘਰ ਬਾਧਿਓ, ਗੁਰ ਕੀਓ ਬੰਧਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ਼੍ਰੀ ਵਾਹਿਗੁਰੂ।